वाहिगुरु जी का खालसा वाहिगुरु जी की फतेह। सर्वरे कायनात मनुखता दे रहबर श्री गुरु ग्रंथ साहिब सच्चे पातशाह जी की अमृतमयी गोद का निगमन रही। गुर संगत जीओ, सुभागियां घड़ियां प्राप्त हुई ने। कदम कदम चलते हुए सतगुरां दे प्यार विच जुड़ बैठे हो। आओ इस समय का आनंद प्राप्त करिए। चल रहे पावन प्रसंगां दे विचों आप जी ने कल सरवण कीता सी। सतगुरु गुरु नानक साहब सच्चे पातशाह जी दे आउण तो पहला इस महान बाहर देश दे विच बड़े बदलाव आए ने। बड़ा सोहना नक्शा कवि जी ने खिंचे है। राय भोई दी तलवंडी का नगर दे आसे पासे उच्चियां दीवारां ने, दूर दूर तक जंगल बेले बाग फुलां दियां फुलवाड़ियां ने। हर प्रकार की फसल बीजी हुई है। लोकां विच बड़ा भाईचारा है। चार वर्णां दे लोग रल मिल के रहिंदे ने। ना कोई भुखा ते ना कोई प्यासा इस नगर विचों जांदा है, ते ना कोई चोरी करता है, ना कोई लुटण आउंदा है। इहो जे रंगले हालात उस वेले सिरजणे शुरू हो गए। ये निशानियां सन गुरु नानक साहब जी दे पृथ्वी ते आउण दीआं। लोकां दे विच आपसी भाईचारा, तालमेल, प्रेम प्यार पहिलां नालों वध गया है। बड़े प्रेम सहित आप जी ने इन्हां प्रसंगां दा आनंद माणिया है। आओ जी सुरत नूं एकाग्र चित बनाइए, ध्यान करके चलिए ननकाना साहब। पाओ प्रेम दी सांझ गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। मंदर यह सुंदर सब पाई, सर्व रतन में जे सुखदाई। भाई बाला जी गुरु अंगद दे पातशाह जी दी पावन हजूरी विच चौंकड़ा लागे। बड़ी भावना दे सहित गुरु नानक साहब जी दे आउण तो पहला दा जिक्र, इस तो पहला उन्होंने सुनाया सी आउण दा कारण की है। बड़ा प्यार दा माहौल लोकां दे विच है। बड़ा वड्डा भाईचारा है। राय भोए दी तलवंडी इस नगर इस पिंड दे विच कहंदे घर बड़े सोहणे आ, पक्के महल ते कच्चे घर। कच्चे पक्के दोने तरह के घर इस नगर विच पिंड विच बने हुए ने। 8-8 करमां दीयां गलियां ने चौड़ियां। सप्पां दे वांग इस पिंड दे विच गलियां ने अपने पसारे पाए हुए आ। कहंदे उन्हां गलियां दे विच बाणियां दीयां हट्टां ने। पिंडां दे विच अज भी कोई विशेष तौर ते बाजार नहीं हुंदा। पिंड दे विच विचकार ही जिहदा जिथे जी कीता उत्थे दुकान खोल लई। राय भोए दी तलवंडी दे विच जिथे आम जातां दे लोग रहिंदे आ, उत्थे बाणियां लोग बड़े सी जो व्यापार दा वणज दा काम करदे आ। ਵੱਡਿਆਂ ਵੱਡਿਆਂ ਸ਼ਹਿਰਾਂ ਤੋਂ ਉਹਨਾਂ ਨੇ ਵਸਤੂਆਂ ਲੈ ਕੇ ਆਉਣੀਆਂ, ਰਾਏ ਭੋਏ ਦੀ ਤਲਵੰਡੀ ਵਿੱਚ ਵੇਚਣੀਆਂ।
ਤੇ ਕਹਿੰਦੇ ਲੋਕਾਂ ਦਾ ਇਹਨਾਂ ਬਾਣੀਆਂ ਦੇ ਨਾਲ ਭਾਈਚਾਰਾ ਸੀ ਘਰਾਂ ਵਾਲਾ। ਉਦੋਂ ਲੋਕ ਪੈਸੇ ਪਿੱਛੇ ਨਹੀਂ ਸੀ ਮਰਦੇ, ਵਿਵਹਾਰ ਬਹੁਤ ਵੱਡੀ ਚੀਜ਼ ਹੁੰਦੀ ਸੀ। ਇਹਨਾਂ ਗਲੀਆਂ ਦੇ ਵਿੱਚੋਂ ਲੰਘਣ ਵਾਲੇ ਲੋਕ ਇਹਨਾਂ ਦੁਕਾਨਾਂ ਤੋਂ ਜੋ ਚਿੱਤ ਕਰਦਾ ਉਹ ਖਰੀਦ ਲੈਂਦੇ ਨੇ, ਮਾਇਆ ਦਾ ਰੌਲਾ ਕੋਈ ਨਹੀਂ, ਪਰ ਖੁਸ਼ ਨੇ ਸਾਰੇ, ਸੰਤੁਸ਼ਟ ਨੇ। ਖੁਸ਼ ਹੋਣਾ ਅਲੱਗ ਚੀਜ਼ ਹੈ, ਸੰਤੁਸ਼ਟ ਹੋਣਾ ਅਲੱਗ ਚੀਜ਼ ਹੈ। ਅੱਜ ਖੁਸ਼ ਤੇ ਆਪਾਂ ਬੜੇ ਆ, ਬੜਾ ਕੁਝ ਸਾਡੇ ਕੋਲੇ ਆ, ਮਾਫ ਕਰਿਓ ਸੰਤੁਸ਼ਟੀ ਸਾਡੇ ਕੋਲ ਨਹੀਂ ਹੈ। ਜਿਹਦੇ ਕੋਲ ਹਜ਼ਾਰਾਂ ਨੇ ਉਹ ਲੱਖਾਂ ਭਾਲਦਾ, ਲੱਖਾਂ ਵਾਲਾ ਕਰੋੜਾਪਤੀ ਬਣਨਾ ਚਾਹੁੰਦਾ, ਕਰੋੜਾਂ ਵਾਲਾ ਕਹਿੰਦਾ ਅਰਬਾਂ ਮਿਲ ਜਾਣ। ਬਿਜ਼ਨਸ ਹੋਰ ਗਰੋ ਕਰ ਜੇ, ਹੋਰ ਵੱਡਾ ਹੋ ਜੇ, ਤਸੱਲੀ ਨਹੀਂ ਹੈ। ਜੋ ਕੁਝ ਪਰਮਾਤਮਾ ਨੇ ਦਿੱਤਾ ਹੋਇਆ ਉਹਦੇ ਵਿੱਚ ਬੰਦਾ ਖੁਸ਼ ਨਹੀਂ, ਹੋਰ ਹੋਰ ਮੰਗਦਾ। ਪਰ ਉਹਨਾਂ ਸਮਿਆਂ ਦੇ ਲੋਕ ਬੜੇ ਸੰਤੁਸ਼ਟ ਸਨ, ਆਪਣੇ ਆਨੰਦ ਲਈ ਆਪਣਾ ਕੀਤਾ ਕਰਦੇ ਆ। ਕਹਿੰਦੇ ਰਾਏ ਭੋਏ ਦੀ ਤਲਵੰਡੀ ਦੀਆਂ ਉਹ ਗਲੀਆਂ ਜਿਨ੍ਹਾਂ ਵਿੱਚ ਕਦੇ ਸੁੰਨਸਾਨ ਹੁੰਦੀ ਸੀ, ਚਹਿਲ ਪਹਿਲ ਰਹਿਣ ਲੱਗ ਪਈ। ਅਸ਼ਟ ਪਦ ਸਮ ਵਿਪਨੀ ਭੂਰੀ, ਬਨਜ ਸੋਜ ਸੋ ਆਪਨ ਪੂਰੀ। ਤੇ ਆਮ ਲੋਕ ਆਉਂਦੇ ਨੇ ਜਿਨ੍ਹਾਂ ਨੂੰ ਡੱਗੀ ਵਾਲਾ ਕਿਹਾ ਜਾਂਦਾ ਹੈ, ਜਿਵੇਂ ਆਪਣੇ ਸਿਟੀਆਂ ਵਾਲੇ ਫਿਰਦੇ ਨਾ ਸਿਟੀਆਂ ਮਾਰਦੇ। ਉਹਨਾਂ ਸਮਿਆਂ ਵਿੱਚ ਡੱਗੀ ਵਾਲੇ ਵਪਾਰੀ ਆਉਂਦੇ ਸੀ, ਕੋਈ ਕੱਪੜਾ ਲੈ ਕੇ ਆਉਂਦਾ ਹੈ, ਕੋਈ ਪਦਾਰਥ ਖਾਣ ਵਾਲੇ ਰਾਸ਼ਨ ਦੇ ਲੈ ਕੇ ਆਉਂਦਾ ਹੈ, ਕੋਈ ਕੁਛ ਲੈ ਕੇ ਆਉਂਦਾ ਹੈ। ਤੇ ਲੋਕ ਪੈਸੇ ਦੀ ਬਦੌਲਤ ਇਹਨਾਂ ਨੂੰ ਮੱਕੀ, ਚਾਵਲ, ਛੋਲੇ ਇਹ ਚੀਜ਼ਾਂ ਦੇ ਕੇ ਵਸਤੂਆਂ ਖਰੀਦ ਲੈਂਦੇ ਸੀ। ਅੱਜ ਵੀ ਮਾਲਵੇ ਦੇ ਪਿੰਡਾਂ ਵਿੱਚ ਐਸੇ ਵਿਵਹਾਰ ਹਨ, ਦੁਕਾਨਾਂ ਤੇ ਲੋਕ ਕਣਕਾਂ ਸੁੱਟ ਕੇ ਸਮਾਨ ਲੈ ਆਉਂਦੇ ਆ, ਉਧਾਰ ਚੱਲਦੇ ਰਹਿੰਦੇ। ਛੋਟੇ ਛੋਟੇ ਬੱਚੇ ਇਹਨਾਂ ਗਲੀਆਂ ਵਿੱਚ ਮਿੱਟੀ ਵਿੱਚ ਖੇਡਦੇ ਆ, ਬਜ਼ੁਰਗ ਲੰਘਦੇ ਆ, ਗੱਡੇ ਲੰਘਦੇ ਆ। ਕੋਈ ਐਸਾ ਨਹੀਂ ਜੋ ਮੂੰਹ ਵੱਟ ਕੇ ਲੰਘੇ, ਪਿਆਰ ਹੀ ਬੜਾ ਹੈ। ਵੱਡੇ ਤੋਂ ਛੋਟੇ ਤੱਕ ਸਭ ਚਾਚਾ ਤਾਇਆ ਕਹਿ ਕੇ ਬੁਲਾਉਂਦੇ। ਇੰਨਾ ਭਾਈਚਾਰਾ ਰਾਏ ਭੋਏ ਦੀ ਤਲਵੰਡੀ ਦੇ ਵਿੱਚ ਹੈ। ਕਿਸੇ ਨੂੰ ਗਰੀਬ, ਕਿਸੇ ਨੂੰ ਅਮੀਰ ਮੰਨਿਆ ਜਾਂਦਾ ਨਹੀਂ। ਸ੍ਰੀ ਨਾਨਕ ਆਗਮ ਕੇ ਹੇਤੂ, ਰਚਿਓ ਸੁਰਗ ਵਿਦ ਸੁਖ ਸੰਜਿਤੂ। ਕਵੀ ਭਾਈ ਸੰਤੋਖ ਸਿੰਘ ਲਿਖਦੇ ਆ, ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਲੈਣ ਤੋਂ ਪਹਿਲਾਂ ਇਸ ਬਾਰ ਦੇਸ਼ ਦਾ ਇਲਾਕਾ ਰਾਏ ਭੋਏ ਦੀ ਤਲਵੰਡੀ ਨੂੰ ਉਸ ਨਿਰੰਕਾਰ ਵਾਹਿਗੁਰੂ ਨੇ ਸਵਰਗ ਦੀ ਸਿਰਜਣਾ ਬਣਾਤੀ। ਇਹ ਸਵਰਗ ਬਣਾਤਾ ਜਿਉਂਦਾ। ਤੇ ਜ਼ਿੰਦਗੀ ਤੇ ਆਪਣੀ ਵੀ ਸਵਰਗ ਹੈ, ਉਹ ਅਲੱਗ ਗੱਲ ਆ, ਵੀ ਕਦੇ ਮੰਨੀ ਨਹੀਂ। ਸਾੜਾ ਹੀ ਬੜਾ ਹੈ ਜੋ ਕੁਝ ਸਾਨੂੰ ਰੱਬ ਨੇ ਦਿੱਤਾ ਹੋਇਆ, ਜਿੰਨਾ ਕੁਝ ਸਾਡੇ ਕੋਲੇ ਹੈ। ਬੜੇ ਲੋਕਾਂ ਦੀ ਜ਼ਿੰਦਗੀ ਦਾ ਇਹ ਸੁਪਨਾ ਸੀ, ਉਹ ਸੁਪਨੇ ਲੈਂਦੇ ਮਰ ਗਏ। ਜੋ ਸਾਡੇ ਕੋਲੇ ਅਸੀਂ ਉਹਦਾ ਕਦੇ ਸ਼ੁਕਰਾਨਾ ਨਹੀਂ ਕੀਤਾ, ਜੋ ਕਿਸੇ ਕੋਲੇ ਆ ਉਹਦੇ ਪਿੱਛੇ ਹੋ ਕੇ ਭਰਦੇ ਫਿਰਦੇ, ਹਾਏ ਮੇਰਾ ਹੋ ਜੇ, ਮੈਨੂੰ ਕਦੋਂ ਮਿਲ ਜੇ, ਮੈਂ ਉੱਥੇ ਤੱਕ ਕਦੋਂ ਪਹੁੰਚ ਜਾ, ਇੱਥੇ ਮੇਰਾ ਲੈਵਲ ਕਦੋਂ ਆ ਜੇ। ਜ਼ਿੰਦਗੀ ਇਦਾਂ ਹੀ ਗੁਜ਼ਰ ਜਾਂਦੀ। ਫਿਰ ਇੱਕ ਦਿਨ ਸਮਾਂ ਆਉਂਦਾ ਹੈ, ਜਮ ਆਉਂਦੇ ਆ। ਜੋ ਜਮ ਆਏ ਕੇਸ ਕਹਿ ਪਟ ਕੇ ਤਾਂ ਕਿ ਬਸ ਨਾ ਵਸਾਏਗਾ। ਕਹਿੰਦੇ ਫਿਰ ਬਸ ਨਹੀਂ ਚੱਲਣਾ, ਫਿਰ ਜ਼ੋਰ ਨਹੀਂ ਚੱਲਣਾ। ਜਮਾਂ ਨੇ ਤੈਨੂੰ ਦੱਸਣਾ ਵੀ ਨਹੀਂ ਕਿਹੜਿਆਂ ਕੰਮਾਂ 'ਚ ਤੁਰਿਆ ਫਿਰਦਾ। ਪਰ ਉਸ ਵੇਲੇ ਦੇ ਲੋਕ ਬੜੇ ਸੰਤੁਸ਼ਟ ਹਨ, ਆਨੰਦ ਵਿੱਚ ਨੇ। ਕਹਿੰਦੇ ਚਹਿਲ ਪਹਿਲ ਰਹਿੰਦੀ ਹੈ ਇਹਨਾਂ ਗਲੀਆਂ ਦੇ ਵਿੱਚੋਂ। ਕਿਤੋਂ ਪਸ਼ੂ ਲੰਘ ਗਏ, ਕੋਈ ਤੋਂ ਗੱਡਾ ਲੰਘ ਗਿਆ, ਕੋਈ ਘੋੜੀ ਲੈ ਕੇ ਲੰਘਿਆ, ਕੋਈ ਸਬਜ਼ੀ ਵੇਚਣ ਆ ਗਿਆ। ਅੱਗੇ ਸੱਚੀ ਪਿੰਡਾਂ ਵਿੱਚ ਭਾਈਚਾਰੇ ਸੀ, ਅੱਜ ਤੇ ਪਿੰਡ ਵੀ ਪਿੰਡ ਨਾ ਰਹੇ। ਹੁਣ ਤੇ ਪਿੰਡਾਂ ਵਿੱਚ ਵੀ ਆਪਣੀਆਂ ਆਪਣੀਆਂ ਕੋਠੀਆਂ ਛੱਤ ਕੇ ਭਰਾ ਕੰਧਾਂ ਕਰੀ ਬੈਠੇ, ਕੋਈ ਨਹੀਂ ਬੁਲਾਉਂਦਾ ਕਿਸੇ। ਕਿਸੇ ਦੇ ਚੋਰੀ ਹੋ ਜੇ ਕੋਈ ਨਹੀਂ ਪੁੱਛਦਾ। ਉਦੋਂ ਕਹਿੰਦੇ ਪਿੰਡ ਦੇ ਆਸੇ ਪਾਸੇ ਰਾਏ ਭੋਏ ਦੀ ਤਲਵੰਡੀ ਦੇ 4 ਟੋਭੇ ਸਨ, ਛੱਪੜ, ਜਿਨ੍ਹਾਂ ਦੇ ਆਸੇ ਪਾਸੇ ਵੱਡੇ ਵੱਡੇ ਪਿੱਪਲਾਂ ਦੇ ਰੁੱਖ ਲੱਗੇ ਹੋਏ ਆ। ਪਸ਼ੂ ਨਹਾਉਂਦੇ ਆ ਤੇ ਲੋਕ ਪਾਣੀ ਵੀ ਪੀਂਦੇ ਆ। ਸਵੱਛ ਪਾਣੀ, ਸਵੱਛ ਵਾਤਾਵਰਨ ਸੀ। ਕਹਿੰਦੇ ਪਰਮਾਤਮਾ ਨੇ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਧਰਤੀ ਤੇ ਸਵਰਗ ਸਿਰਜਿਆ ਹੈ। ਸੁਰਪੀ ਖੀਰ ਪਜੂਖ ਸਮਨ, ਸੋ ਸਮ ਸੁੰਦਰ ਮੁਨਿ ਸਮਨ। ਹੁਣ ਲੋਕਾਂ ਨੇ ਗਾਵਾਂ ਮੱਝਾਂ ਘਰਾਂ ਵਿੱਚ ਆਮ ਰੱਖੀਆਂ ਹੋਈਆਂ ਨੇ। ਜ਼ਿਆਦਾਤਰ ਲੋਕ ਉਹਨਾਂ ਸਮਿਆਂ ਵਿੱਚ ਗਾਵਾਂ ਦਾ ਦੁੱਧ ਪੀਂਦੇ ਸੀ, ਜੋ ਅੰਮ੍ਰਿਤ ਸਮਾਨ ਮੰਨਿਆ ਜਾਂਦਾ। ਕਹਿੰਦੇ ਮੰਨ ਲਓ ਸੁਰਭੀ ਨਾਮ ਹੈ ਗਊ ਦਾ, ਅੰਮ੍ਰਿਤ ਨਾਮ ਹੈ ਦੁੱਧ ਦਾ, ਖੀਰ ਦਾ। ਕਹਿੰਦੇ ਉਸ ਵੇਲੇ ਦਾ ਦੁੱਧ ਲੱਸੀ ਵਰਗਾ ਸੀ, ਪਤਲਾ। ਗਾਵਾਂ ਦਾ ਦੁੱਧ ਅਕਸਰ ਐਸਾ ਹੁੰਦਾ ਹੈ। ਕਹਿੰਦੇ ਲੋਕਾਂ ਨੇ ਆਮ ਪੀਣਾ, ਆਮ ਵੰਡਣਾ।
ਤੇ ਘਰੋਂ ਕੋਈ ਖਾਲੀ ਨਹੀਂ ਸੀ ਜਾਂਦਾ। ਪਿੰਡਾਂ ਵਿੱਚ ਸਾਧੂਆਂ ਨੇ ਮੰਗਣੇ ਆਉਣਾ ਤੇ ਲੋਕਾਂ ਨੇ ਦੁੱਧ ਪਲਾ ਪਲਾ ਝੱਲੇ ਕਰ ਦੇਣੇ। ਹੁਣ ਤੇ ਦੁੱਧ ਦੇਖਣ ਨੂੰ ਨਹੀਂ ਮਿਲਦਾ, ਜਿਹੜਾ ਮਿਲਦਾ ਹੈ ਕੈਮੀਕਲ ਹੈ, ਉਹ ਜ਼ਮਾਨੇ ਨਹੀਂ ਨੇ। ਜੇ ਹੁਣ ਕਹੋ ਜੀ ਮੈਂ ਚੁਆਵਾਂ ਦੁੱਧ ਲੈ ਕੇ ਆਇਆ, ਉਹ ਪਸ਼ੂਆਂ ਨੇ ਕਿਹੜਾ ਗਰੰਟੀ ਦਿੱਤੀ ਵੀ ਇਹ ਪਿਓਰ ਹੈ, ਕਿੰਨੇ ਟੀਕੇ ਲੱਗੇ ਹੋਏ ਆ, ਕਿੰਨੇ ਕੈਮੀਕਲ ਵਾਲਾ ਫੂਡ ਖਾਧਾ ਹੋਇਆ ਉਹਨਾਂ ਨੇ, ਉਹ ਵੀ ਤੇ ਜ਼ਹਿਰ। ਪਰ ਕਹਿੰਦੇ ਉਸ ਵੇਲੇ ਏਦਾਂ ਮੰਨ ਲਓ ਵੀ ਰਾਏ ਭੋਏ ਦੀ ਤਲਵੰਡੀ ਦੀਆਂ ਗਲੀਆਂ ਵਿੱਚ ਦੁੱਧ ਅੰਮ੍ਰਿਤ ਦੀਆਂ ਨਹਿਰਾਂ ਚੱਲਦੀਆਂ ਨੇ, ਆਮ ਪੀਤਾ ਪਿਲਾਇਆ ਜਾਂਦਾ। ਖੜੇ ਖੜੇ ਲੋਕ ਬਾਲਟੀ ਬਾਲਟੀ ਦੁੱਧ ਦੀ ਪੀ ਜਾਂਦੇ ਸੀ, ਹੁਣ ਤੇ ਅੱਧੀ ਗਲਾਸੀਆਂ 'ਚ ਬਣੀ ਹੁੰਦੀ ਸ਼ਾਮ ਤੱਕ। ਇੰਨਾ ਪਿਆਰ ਮੁਹੱਬਤ ਲੋਕਾਂ ਦੇ ਵਿੱਚ ਹੈ। ਰਾਏ ਭੋਏ ਦੀ ਤਲਵੰਡੀ ਦੇ ਲੋਕ ਜਿਹੜੇ ਆਪਸ ਵਿੱਚ ਲੜੇ ਵੀ ਹੋਏ ਸੀ ਨਾ ਕਿਸੇ ਕਾਰਨ ਕਰਕੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗਦਾ, ਇੱਕ ਦੂਜੇ ਨੂੰ ਬੁਲਾਈ ਜਾਂਦੇ, ਵਿਰੋਧ ਖਤਮ ਹੋ ਗਿਆ, ਪਿਆਰ ਬਣਨਾ ਸ਼ੁਰੂ ਹੋ ਗਿਆ। ਇਹਨੂੰ ਕਹਿੰਦੇ ਸਤ ਸੰਗਤ। ਤੁਸੀਂ ਸੰਗਤ ਵਿੱਚ ਆਉਣ ਲੱਗ ਜਾਓਗੇ, ਤੁਹਾਡੇ ਅੰਦਰੋਂ ਵੈਰ ਵਿਰੋਧ ਘਟਦਾ ਘਟਦਾ ਇੱਕ ਦਿਨ ਬਿਲਕੁਲ ਘਟ ਜਾਊਗਾ। ਤੁਹਾਨੂੰ ਕਿਸੇ ਨੇ ਇਹ ਵੀ ਕਹਿਤਾ ਨਾ ਫਲਾਣਾ ਬੰਦਾ ਤੁਹਾਨੂੰ ਗਾਲਾਂ ਕੱਢਦਾ, ਬੁਰਾਈ ਕਰਦਾ, ਕਹਿੰਦੇ ਫਿਰ ਕੀ ਹੋ ਗਿਆ, ਨਵੀਂ ਗੱਲ ਹੈ। ਮੈਨੂੰ ਪਤਾ ਜਿੰਨਾ ਮੈਂ ਬੁਰਾ ਉਹਨਾਂ ਤੇ ਉਹ ਕਹਿੰਦਾ ਨਹੀਂ ਹੋਣਾ। ਜਦ ਸਾਨੂੰ ਕੋਈ ਬੁਰਾ ਆਖੇ, ਸਾਨੂੰ ਕੋਈ ਮਾੜਾ ਕਹੇ, ਇਹ ਸੋਚ ਲਈਏ ਵੀ ਜਿੰਨਾ ਮੈਨੂੰ ਆਪਣੇ ਬਾਰੇ ਪਤਾ ਇੰਨਾ ਤੇ ਲੋਕ ਨਹੀਂ ਜਾਣਦੇ ਮੈਂ ਕਿੰਨਾ ਕੁ ਬੁਰਾ। ਗੁੱਸਾ ਹੀ ਨਹੀਂ ਹੁੰਦਾ। ਲੋਕਾਂ 'ਚ ਪਿਆਰ ਭਾਈਚਾਰਾ ਇੰਨਾ ਹੋ ਗਿਆ, ਕਹਿੰਦੇ ਰਲ ਮਿਲ ਕੇ ਰਹਿੰਦੇ ਨੇ, ਨਾ ਕੋਈ ਪੰਡਤ ਈਰਖਾ ਕਰੇ ਵੀ ਆ ਸ਼ੂਦਰ ਨੇ, ਕਿਉਂਕਿ ਉਦੋਂ ਕੋੜ ਬੜਾ ਸੀ ਜਾਤਾਂ। ਪਰ ਇਹ ਕੁਛ ਕੁ ਮਹੀਨਿਆਂ ਤੋਂ ਇਹ ਸਭ ਕੁਝ ਚੇਂਜ ਹੋਣ ਲੱਗ ਪਿਆ। ਆਪ ਰੱਬ ਪਰਮਾਤਮਾ ਨੇ ਅਵਤਾਰ ਲੈਣਾ, ਪ੍ਰਭਾਵ ਨਹੀਂ ਪਏਗਾ। ਰਾਏ ਭੋਏ ਦੀ ਤਲਵੰਡੀ ਵਿੱਚ ਲੋਕਾਂ ਦੇ ਵਿਵਾਦ ਖਤਮ ਹੋ ਗਏ। ਇਹ ਕੀ ਰਚਨਾ ਹੀਰ ਬਚਿਤਰਾ, ਵਿਸ਼ਕਰਮਾ ਹੋਇਓ ਚਿਤ ਚਿਤਰਾ। ਬੜਾ ਸੋਹਣਾ ਦ੍ਰਿਸ਼ਟਾਂਤ ਦੇ ਰਹੇ ਨੇ ਭਾਈ ਬਾਲਾ ਜੀ। ਹੁਣ ਇੱਥੇ ਭਾਰਤ ਦੇ ਲੋਕਾਂ ਦੀ ਇੱਕ ਸੰਸਕ੍ਰਿਤੀ ਹੈ, ਗੁਰਬਾਣੀ ਇਹਨਾਂ ਚੀਜ਼ਾਂ ਨੂੰ ਨਹੀਂ ਮੰਨਦੀ। ਜਿਵੇਂ ਲੋਕੀ ਕਹਿੰਦੇ ਆ ਨਾ ਵੀ ਵਿਸ਼ਕਰਮਾ ਆਰਕੀਟੈਕਟ ਸੀ ਜਿਹਨੇ ਦੁਨੀਆ ਬਣਾਈ ਹੈ, ਵੀ ਜਿਹਨੇ ਸਾਰਾ ਸੰਸਾਰ ਬਣਾਇਆ। ਕਦੇ ਗੋਰਿਆਂ ਕੋਲੋਂ ਪੁੱਛੋ, ਹੱਸਦੇ ਆ, ਕਹਿੰਦੇ ਝੱਲੇ ਹੋਏ ਫਿਰਦੇ ਵਿਸ਼ਕਰਮੇ ਵਾਲੇ ਦਿਨ, ਸਮਾਨ ਕੰਮ ਛੱਡੀ ਫਿਰਦੇ ਆ। ਬਣਾਇਆ ਵੀ ਉਹਨੇ ਜਿਹਦੇ 15-15 ਬਾਹਾਂ ਲਾਈਆਂ ਹੋਈਆਂ। ਪਖੰਡ ਨਹੀਂ ਹੈ। ਕਹਿੰਦੇ ਚਲੋ ਸਮਾਜ ਦੀ ਰੀਤ ਚੱਲੀ ਆਉਂਦੀ ਹੈ, ਵਿਸ਼ਕਰਮਾ ਵੀ ਰਾਏ ਭੋਏ ਦੀ ਤਲਵੰਡੀ ਨੂੰ ਵੇਖ ਵੇਖ ਝੁਰਦਾ ਹੈ, ਝੁਰਦਾ ਹੈ। ਆ ਸਾਡੇ ਵਿਸ਼ਕਰਮਾ ਨਾ ਇੰਡੀਆ ਦੇ ਵਿੱਚ ਬੜੀ ਤਰੱਕੀ ਕਰ ਲਈ। ਚਾਈਨਾ ਵਾਲੇ ਤੇ ਨਕਲੀ ਚੰਦ ਵੀ ਬਣਾਉਣ ਲੱਗੇ ਹੋਏ ਆ, ਉਹਨਾਂ ਚੰਦ ਵੀ ਚੜਾ ਲੈਣਾ। ਪਤਾ ਨਹੀਂ ਭਾਈ ਉੱਥੇ ਵਿਸ਼ਕਰਮੇ ਦਾ ਗੇੜਾ ਹੀ ਨਹੀਂ ਲੱਗਿਆ। ਸਤਿਨਾਮ। ਟਾਈਆਂ ਟੂਈਆਂ ਇੱਥੇ ਲਾ ਕੇ ਥੌੜੀਆਂ ਪਲਾਸ ਅਸੀਂ ਧੋਂਦੇ ਫਿਰੀ ਗਏ। ਸਾਰੀ ਟੈਕਨੋਲੋਜੀ ਨਾਸਾ ਲੈ ਗਿਆ ਤੇ ਰਸ਼ੀਆ ਲੈ ਗਿਆ, ਅਮਰੀਕਾ ਤੇ ਰਸ਼ੀਆ ਕੋਲ, ਜਾਪਾਨ ਕੋਲੇ ਹੈ। ਉਹ ਨਾ ਕਿਸੇ ਵਿਸ਼ਕਰਮੇ ਨੂੰ ਮੰਨਦੇ ਆ, ਨਾ ਕਿਸੇ ਦੀ ਪੂਜਾ ਕਰਦੇ ਆ। ਉਹ ਕਹਿੰਦੇ ਅਸੀਂ ਤੇ ਰੱਬ ਨੂੰ ਵੀ ਨਹੀਂ ਮੰਨਦੇ। ਇਹ ਕੀ ਹੈ? ਕਿਤੇ ਨਾ ਕਿਤੇ ਸੋਚ ਦਾ ਫਰਕ ਹੈ। ਕਹਿੰਦੇ ਜਿਵੇਂ ਵਿਸ਼ਕਰਮਾ ਲੋਕੀ ਮੰਨਦੇ ਆ। ਹੁਣ ਜੇ ਵਿਸ਼ਕਰਮੇ ਦੀ ਗੱਲ ਕਰੀਏ, ਉਹ ਪੁਰਾਤਨ ਜਾਂ ਇਤਿਹਾਸ ਆ ਜਿਹੜਾ ਨਾ, ਕਹਿੰਦੇ ਜੀ ਉਹਨੇ ਸੂਰਜ ਨੂੰ ਖਰਾਦ ਤੇ ਚਾੜ ਦਿਆ। ਹੁਣ ਇਹ ਦੱਸੋ ਵੀ ਏਡੀ ਕਿਹੜੀ ਖਰਾਦ ਹੋਊਗੀ ਜਿਹਦੇ ਸੂਰਜ ਆ ਗਿਆ ਜੀ? ਸੂਰਜ ਦੇ ਨੇੜੇ ਜਾ ਸਕਦਾ ਕੋਈ? ਅੱਜ ਤੱਕ ਗਿਆ ਕਿਸੇ ਦੀ ਹਿੰਮਤ ਹੈ? ਨਹੀਂ ਜਾ ਸਕਦਾ। ਅੱਗ ਦਾ ਗੋਲਾ ਹੈ, ਗੈਸਾਂ ਦਾ ਸੁਮੇਲ ਹੈ, ਉਹ ਤੇ ਲੱਖਾਂ ਕਿਲੋਮੀਟਰ ਤੇ ਸਾੜੀ ਜਾਂਦਾ, ਬਹਿ ਨਹੀਂ ਦਿੰਦਾ। ਏਸੀ ਲਾਉਣੇ ਪੈਂਦੇ ਆ, ਨੇੜੇ ਕੌਣ ਜਾਊਗਾ? ਕਿਹੜੇ ਨੇ ਖਰਾਦ ਤੇ ਚੜਾ ਲਿਆ? ਇਹ ਕਰਮ ਕਾਂਡ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਨੇ ਇਹਨਾਂ ਨੂੰ ਭੰਡਿਆ ਵੀ ਇਹ ਪਖੰਡ ਨੇ। ਪਰ ਮਾਫ ਕਰਿਓ, ਸਿੱਖ ਬੜੀ ਖੁਸ਼ੀ ਨਾਲ ਮਨਾਉਂਦੇ ਆ। ਕਹਿੰਦੇ ਜੀ ਵਿਸ਼ਕਰਮਾ ਵੀ ਸਾਡਾ ਸਿੱਖਾਂ ਦਾ ਹੀ ਆ। ਸਤਿਨਾਮ। ਵੀ ਉਹ ਤਖਾਣਾ ਦੇ ਘਰੇ ਜੰਮਿਆ ਜੀ, ਇਸ ਕਰਕੇ ਉਹ ਵੀ ਸਿੱਖਾਂ ਦਾ ਹੀ ਮੁੰਡਾ ਹੈ। ਆਹ ਹਾਲਤ ਹੈ ਲੋਕਾਂ ਦੀ। ਤੇ ਫਿਰ ਅਸੀਂ ਗੱਲਾਂ ਕਰਦੇ ਗੁਰੂ ਨਾਨਕ ਸਾਹਿਬ ਦੀਆਂ। ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਸਾਡੇ ਕਿੱਥੇ ਸਮਝ ਆ ਜੂਗੀ? ਮੈਂ ਕਹਿੰਦਾ ਮੈਨੂੰ 21 ਸਾਲ ਹੋ ਗਏ ਕਥਾ ਵਾਲੇ ਪਾਸੇ ਆਇਆ, ਅੱਜ ਤੱਕ ਮੈਨੂੰ ਸਮਝ ਨਹੀਂ ਆਈ ਹੈਗੀ, ਕਿਉਂਕਿ ਗਹਿਰੀਆਂ ਬੜੀਆਂ ਨੇ ਗੱਲਾਂ। ਸਾਡੇ ਕੋਲ ਤੇ ਆ ਦੁਨੀਆ ਦੀਆਂ ਗੱਲਾਂ ਜਿਹਨੂੰ ਅਸੀਂ ਧਰਮ ਬਣਾਈ ਫਿਰਦੇ ਆ। ਗੁਰੂ ਨਾਨਕ ਸਾਹਿਬ ਦੇ ਬਚਨ ਪੜ੍ਹੋ ਤੇ ਸਹੀ, ਜਿਨ੍ਹਾਂ ਦੇ ਜਨਮ ਅਵਤਾਰ ਤੋਂ ਪਹਿਲਾਂ ਸ੍ਰਿਸ਼ਟੀ ਤੇ ਹਾਲਾਤ ਕਿੱਦਾਂ ਚੇਂਜ ਹੋਣੇ ਸ਼ੁਰੂ ਹੋ ਗਏ। ਸਿਰਫ ਰਾਏ ਭੋਏ ਦੀ ਤਲਵੰਡੀ, ਬਾਹਰ ਦੇਸ਼ ਦੇ ਵਿੱਚ ਲੋਕੀ ਰਾਏ ਭੋਏ ਦੀ ਤਲਵੰਡੀ ਵੇਖ ਵੇਖ ਝੁਰਦੇ ਆ। ਕਹਿੰਦੇ ਪਤਾ ਨਹੀਂ ਇਹਨਾਂ ਲੋਕਾਂ ਨੂੰ ਕੀ ਹੋ ਗਿਆ, ਇਕੱਠੇ ਰਹਿੰਦੇ ਆ। ਉਦੋਂ ਵੀ ਰਾਜੇ ਮਹਾਰਾਜੇ ਸੀ, ਲੋਕਾਂ ਨੂੰ ਲੜਾਉਂਦੇ ਪੜਾਉਂਦੇ ਰਹਿੰਦੇ ਸੀ ਆਪਸ ਵਿੱਚ, ਪਰ ਤਲਵੰਡੀ ਦੇ ਲੋਕ ਲੜਨੋਂ ਭਿੜਨੋਂ ਹਟ ਗਏ। ਰੁੱਤ ਪਾਠੀ ਹੋਤੀ ਤਤ ਵੀ ਤੂੰ,
ਖਟ ਕਰਮੀ ਕ੍ਰਿਤ ਕੇਵਲ ਹਿਤੂ। ਕਹਿੰਦੇ ਹੁਣ ਇਸ ਤਲਵੰਡੀ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਬੇਦੀਆਂ ਦੀ ਵੰਸ਼। ਭਵਿੱਖ ਤੋਂ ਪੁਰਾਣ ਲਿਖਦਾ ਨਾ, ਪश्चिमे ਤੋਂ ਸ਼ੁਭ ਦੇਸੇ ਬੇਦੀ ਵੰਸੇ ਚ ਨਾਮ ਕੋ। ਬੇਦੀਆਂ ਦੀ ਵੰਸ਼। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਬੇਦੀ ਕਿਉਂ ਕਹਿੰਦੇ ਆ? ਇਹ ਬੜਿਆਂ ਦੇ ਦਿਮਾਗ 'ਚ ਰਹਿੰਦਾ ਹੈ ਵੀ ਜਾਤਾਂ ਪਾਤਾਂ ਦੀਆਂ ਫੇਰ ਚਲੀ ਜਾਂਦੀਆਂ ਨੇ। ਨਹੀਂ ਭਾਈ, ਗੁਰੂ ਸਾਹਿਬ ਨੇ ਤੇ ਸਪਸ਼ਟ ਬਚਨ ਆਖਿਆ, ਮਾਨਸ ਕੀ ਜਾਤ ਸਭੈ ਏਕੈ ਪਹਿਚਾਨ। ਇਹ ਨਾਰਾ ਅਸੀਂ ਪਿੱਛੇ ਕਰਤਾ। ਹੁਣ ਤੇ ਅਕਾਲ ਤਖਤ ਵਾਲੇ ਵੀ ਸੋਚਦੇ ਆ ਵੀ ਯਾਰ ਕੰਮ ਹੀ ਬੜਾ ਵੱਧ ਗਿਆ। ਜਿਹਨੂੰ ਪੁੱਛੋ ਫਲਾਣਾ ਸਿੰਘ ਫਲਾਣਾ, ਫਲਾਣਾ ਸਿੰਘ ਗਿੱਲ, ਫਲਾਣਾ ਸਿੰਘ ਨਿੱਲ, ਫਲਾਣਾ ਸਿੰਘ ਫਲਾਣਾ, ਚੱਲ ਪਈ ਨਾ। ਹੁਣ ਤੇ ਹਰੇਕ ਜਥੇਦਾਰ ਰਾਗੀ ਵੀ ਆਪਣੇ ਨਾਂ ਦੇ ਪਿੱਛੇ ਗੋਤ ਲਾਈ ਫਿਰਦਾ ਹੈ। ਗੁਰੂ ਸਾਹਿਬ ਨੇ ਗੋਤਾਂ ਖਤਮ ਕਰਕੇ, ਜਾਤਾਂ ਖਤਮ ਕਰਕੇ ਸਿੰਘ ਤੇ ਕੌਰ ਬਣਾਇਆ। ਉਹ ਅੱਜ ਸਾਡੇ ਰਾਗੀਆਂ, ਢਾਡੀਆਂ, ਕਥਾਵਾਚਕ, ਪ੍ਰਚਾਰਕਾਂ ਨੇ, ਸਾਧਾਂ ਨੇ ਉਹ ਨਾਮ ਲਾ ਕੇ ਪਿੱਛੇ ਤੇ ਸਿੰਘ ਉਡਾਤਾ ਵਿੱਚੋਂ। ਆਖੋ ਸਾਡਾ ਨਾਮ ਸਿੰਘ ਸੁੰਗ ਨਹੀਂ ਲੱਭਦਾ ਕਿਤੇ। ਜਿਹੜਾ ਟ੍ਰੈਂਡ ਕਲਾਕਾਰਾਂ 'ਚ ਚੱਲਦਾ ਉਹੀ ਸਾਡੀ ਲਾਈਨ 'ਚ ਚੱਲਦਾ। ਫਲਾਣਾ ਸਿੰਘ ਫਲਾਣਾ। ਕੀ ਕਰੀਏ ਜਦੋਂ ਸਾਡੇ ਨਾਲ ਗੋਤ ਬੋਲਦੇ, ਸਾਡੇ ਨਾਲ ਜਾਤਾਂ ਬੋਲਦੀਆਂ ਨੇ? ਉਹ ਅਸੀਂ ਕਿਹੜੇ ਗੁਰੂ ਨਾਨਕ ਸਾਹਿਬ ਦਾ ਉਪਦੇਸ਼ ਦੇਣ ਆਏ ਆ ਵੀ ਚੌ ਵਰਨਾਂ ਨੂੰ ਸਾਂਝਾ ਨਹੀਂ ਹੈ? ਕਿਤੇ ਕਦੇ ਵੀ ਨਹੀਂ ਹੋਣਾ। ਹੁਣ ਚਿੰਤਾ ਪਈ ਹੋਈ ਆ, ਹੁਣ ਮਤੇ ਪਾਸ ਕਰਦੇ ਆ ਵੀ ਇਹ ਚੀਜ਼ ਖਤਮ ਕਰੋ ਪਹਿਲਾਂ। ਹੁਣ ਤੇ ਕੋੜ ਬੜਾ ਵੱਧ ਗਿਆ, ਬੜਾ ਔਖਾ ਕੰਟਰੋਲ ਆਊਗਾ। ਏਕਾ ਨਹੀਂ ਨਾ ਹੈ। ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਬੇਦੀ ਵੰਸ਼ ਬੜੀ ਮਸ਼ਹੂਰ ਸੀ, ਕਿਉਂਕਿ ਉਹਦਾ 4 ਵਰਨਾਂ ਦਾ ਬੜਾ ਰੌਲਾ ਸੀ ਵੀ ਜਿਹੜੇ ਖੱਤਰੀ ਨੇ ਉਹ ਵੀ ਉੱਚੇ ਨੇ, ਬ੍ਰਾਹਮਣ ਨੇ ਉਹ ਵੀ ਉੱਚੇ ਨੇ, ਜਿਵੇਂ ਜਨਰਲ ਕੈਟਾਗਰੀ। ਤੇ ਆਉਣ ਵਾਲੇ ਸਮੇਂ 'ਚ ਸਾਰਾ ਕੁਝ ਸੇਮ ਹੋ ਜਾਣਾ। ਅੱਜ ਕੱਲ੍ਹ ਤੁਸੀਂ ਸੁਣ ਕੇ ਹੈਰਾਨ ਹੁੰਦੇ ਹੋ ਨਾ ਵੀ ਇੱਦਾਂ ਸੀ ਪਹਿਲਾਂ। ਬਾਣੀ ਕਹਿੰਦੀ ਸੀ, ਪਰ ਵੇਖੀ ਚੱਲੋ ਜਿਹੜੇ ਹਾਲਾਤ ਚੱਲਦੇ ਆਉਂਦੇ ਨਾ, ਖੱਤਰੀ ਬ੍ਰਾਹਮਣ ਸੂਦ ਬੈਸ ਫੇਰ ਹੋਣਾ। ਬ੍ਰਾਹਮਣ ਜਿੰਨੇ ਮਰਜ਼ੀ ਮਾੜੇ ਕੰਮ ਕਰੇ, ਰੇਪ ਤੱਕ ਕਰਦੇ, ਕਤਲ ਤੱਕ ਕਰਦੇ, ਮਾਫ ਹੈ, ਕਿਉਂਕਿ ਬ੍ਰਾਹਮਣ ਸਵਰਗ ਦਾ ਠੇਕੇਦਾਰ ਹੈ। ਖੱਤਰੀ ਜਿਹਨੂੰ ਮਰਜ਼ੀ ਕੁੱਟਦੇ, ਜਿਹਨੂੰ ਮਰਜ਼ੀ ਮਾਰਦੇ, ਕੋਈ ਕੇਸ ਨਹੀਂ। ਪਰ ਸ਼ੂਦਰ ਲੋਕ ਜਿਨ੍ਹਾਂ 'ਚ ਅਸੀਂ ਸਾਰੇ ਆਉਂਦੇ ਹਾਂ, ਆ ਵੀ ਜਾਣਗੇ, ਪੜ੍ਹ ਕੇ ਵੇਖੋ ਨਵਾਂ ਸੋਧਾ। ਕਹਿੰਦੇ ਇਹਨਾਂ ਲੋਕਾਂ ਦੀ ਧੁੱਪ ਵੀ ਕਿਤੇ ਪੈ ਜੇ, ਪਰਛਾਵਾਂ ਵੀ ਪੈ ਜੇ, ਉਹ ਵੀ ਗੁਨਾਹਗਾਰ ਮੰਨਿਆ ਜਾਂਦਾ ਹੈ। ਅਸੀਂ ਤੇ ਐਵੇਂ ਠਾਠੂ ਕਰਦੇ ਫਿਰਦੇ ਆ, ਪਤਾ ਨਹੀਂ ਕਿਹੜਾ ਮਾਣ ਆ ਸਾਡਾ, ਕਿਹੜਾ ਹੰਕਾਰ ਹੈ। ਧਰਤੀ ਤੇ ਪੈਰ ਹੀ ਨਹੀਂ ਲੱਗਦੇ। ਸਾਡੀ ਤੇ ਜਾਤਾਂ ਦੇ ਨਾਂ ਤੇ ਗੁਰਦੁਆਰੇ ਬਣੇ ਹੋਏ ਆ। ਗੁਰੂ ਸਾਹਿਬ ਨੇ ਸਾਰੇ ਭਗਤਾਂ ਨੂੰ ਇਕੱਠਿਆਂ ਕਰਕੇ ਇੱਕ ਬਾਣੀ ਦਰਜ ਕੀਤੀ, ਖਤਮ ਕਰਤਾ ਸਾਰਾ ਕੁਛ। ਇੱਥੇ ਜੇ ਭਗਤ ਧੰਨੇ ਜੱਟ ਦਾ ਜ਼ਿਕਰ ਆਇਆ ਨਾ, ਤੇ ਭਗਤ ਰਵਿਦਾਸ, ਭਗਤ ਕਬੀਰ ਨੇ ਵੀ ਆਪਣੀ ਜਾਤ ਨੂੰ ਸੰਬੋਧਨ ਕੀਤਾ। ਕਬੀਰ ਮੇਰੀ ਜਾਤ ਕੋ ਸਭ ਕੋ ਹੱਸਣੇ ਹਾਰ। ਕਹਿੰਦੇ ਮੇਰੀ ਜਾਤ ਨੂੰ ਲੋਕੀ ਹੱਸਦੇ ਸੀ, ਲੋਕੀ ਜਲਾਹਾ ਕਹਿੰਦੇ ਸੀ। ਜਾਤ ਜੁਲਾਹਾ ਮਤ ਕਾ ਤੀਰ, ਸਹਿਜ ਸਹਿਜ ਗੁਣ ਰਮੇ ਕਬੀਰ। ਤੇ ਭਗਤ ਰਵਿਦਾਸ ਜਿਨ੍ਹਾਂ ਨੂੰ ਲੋਕੀ ਚਮਾਰ ਕਹਿੰਦੇ ਸੀ, ਕਹਿ ਰਵਿਦਾਸ ਆਸ ਲੱਗ ਜੀਵੋ ਚੇ ਭਇਓ ਦਰਸ਼ਨ ਦੇਖੇ। ਉਹਦੀ ਚੇਟਕ ਵਿੱਚ ਬੈਠੇ ਆ, ਕਹਿ ਰਵਿਦਾਸ ਚਮਾਰ। ਕਹਿੰਦੇ ਮੈਂ ਚਮਾਰ ਸੱਚਮੁੱਚ, ਮੇਰੀ ਤੇ ਯਾਰੀ ਚਮ ਨਾਲ ਹੈ। ਤੇ ਸਾਨੂੰ ਤੇ ਬੁਖਾਰ ਹੋਇਆ ਜਾਂਦਾ ਪਤਾ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੇਦੀਆਂ ਦੀ ਵੰਸ਼ ਵਿੱਚ ਅਵਤਾਰ ਲਿਆ ਹੈ। ਇੱਥੇ ਜੋ ਲਿਖ ਰਹੇ ਨੇ ਇਹਦਾ ਮਤਲਬ ਇਹ ਨਹੀਂ ਵੀ ਬੇਦੀ ਬੜੇ ਮਹਾਨ ਨੇ ਜੀ, ਬੇਦੀ ਪੂਜਨੀਕ ਨੇ। ਫਿਰ ਤੇ ਉਹੀ ਗੱਲ ਹੋ ਗਈ ਜੀ, ਫਿਰ ਗੁਰੂ ਸਾਹਿਬ ਦੇ ਆਉਣ ਦਾ ਕੀ ਫਾਇਦਾ ਜੀ, ਜਾਤਾਂ ਨੂੰ ਵਧਾਵਾ ਦੇਣਾ ਸੀ। ਮਹਾਰਾਜ ਨੇ ਦੱਸਿਆ ਵੀ ਜੇ ਗੁਰੂ ਵੀ ਨਾ, ਆ ਕਈ ਸਾਨੂੰ ਵੀ ਸਵਾਲ ਕਰਦੇ, ਮਹਾਰਾਜ ਕਿਰਪਾ ਕਰਕੇ ਦੱਸੋ ਭਾਈ ਸਾਹਿਬ ਵੀ ਗੁਰੂ ਰਾਮਦਾਸ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਸਾਰੀ ਤੇ ਛੋਟੀ ਸੀ, ਭੱਲੇ ਵੀ ਸੀ, ਤੇੜ ਵੀ ਸੀ, ਬੇਦੀ ਵੀ ਸੀ, ਵੀ ਇਹਨਾਂ ਨੇ ਗੁਰਗੱਦੀ ਕਿਸੇ ਹੋਰ ਨੂੰ ਕਿਉਂ ਨਹੀਂ ਦਿੱਤੀ, ਇੱਕੋ ਵੰਸ਼ 'ਚ ਕਿਉਂ? ਪਰ ਮਹਾਰਾਜ ਨੇ ਨਾਲ ਨਾਲ ਸਾਰਾ ਕੁਝ ਦਿੱਤਾ ਹੋਇਆ। 16 ਵੰਸ਼ ਦਾ ਜ਼ਿਕਰ ਵੀ ਕੀਤਾ, ਤੇੜਾਂ ਦਾ ਵੀ ਕੀਤਾ, ਸਭ ਕੁਝ ਕਹਿ ਕੇ ਵਿਖਾਤਾ। ਅਸੀਂ ਆਮ ਜਿਹੇ ਮਨੁੱਖ ਹਾਂ, ਆਮ ਜਿਹੇ ਸਰੀਰ ਹਾਂ। ਗੁਰੂ ਨਾਨਕ ਨਿਰੰਕਾਰ ਨੇ, ਅਸੀਂ ਉਹਨਾਂ ਦੇ ਸੇਵਾਦਾਰ ਹਾਂ। ਸਾਡੀ ਆਪਣੀ ਕੋਈ ਜਾਤ ਨਹੀਂ, ਸਾਡਾ ਆਪਣਾ ਕੋਈ ਮਾਣ ਨਹੀਂ। ਦੱਸੋ ਗੁਰੂ ਸਾਹਿਬ ਨੇ ਆਪਣੇ ਆਪ ਨੂੰ ਕਿਤੇ ਲਿਖਿਆ ਹੋਵੇ ਮੈਂ ਬੇਦੀਆਂ, ਮੈਂ ਤੇਹਣ ਆ? ਉਹ ਤੇ ਉਹਨਾਂ ਸਮੇਂ ਦਿਆਂ ਭੱਟਾਂ ਨੇ ਲਿਖਿਆ, ਉਹਨਾਂ ਨੇ ਗਾਇਆ। ਸਾਰੀ ਬਾਣੀ ਵਿੱਚ ਸਤਿਗੁਰ ਨਾਨਕ ਸ਼ਬਦ ਵਰਤਦੇ ਆ, ਬਾਰ-ਬਾਰ ਲਿਖਦੇ ਆ, ਜਾਤੀ ਓਛਾ, ਪਾਤੀ ਓਛਾ, ਓਛਾ ਜਨਮ ਹਮਾਰਾ। ਇਹ ਭਗਤ ਰਵਿਦਾਸ ਦੇ ਇਕੱਲੇ ਬੋਲ ਨਹੀਂ, ਇਹ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਬੋਲ ਨੇ, ਲਿਖਾਏ ਉਹਨਾਂ ਨੇ, ਲਿਖੇ ਉਹਨਾਂ ਨੇ। ਜੇ ਗੁਰੂ ਅਰਜਨ ਦੇਵ ਮਹਾਰਾਜ ਨਾ ਲਿਖਦੇ ਤੇ ਕੋਈ ਕੀ ਕਰ ਸਕਦਾ ਸੀ?
ਭਾਵ ਆਈਡੀਓਲੋਜੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ, ਗੁਰੂ ਨਾਨਕ ਸਾਹਿਬ ਦੀ ਹੈ। ਉਹਨਾਂ ਸਮਿਆਂ ਵਿੱਚ ਕਹਿੰਦੇ ਬੇਦੀਆਂ ਦੀ ਵੰਸ਼ ਇੱਕ ਕਾਰਨ ਕਰਕੇ ਮਸ਼ਹੂਰ ਸੀ। ਕਹਿੰਦੇ ਉਹ ਵੰਸ਼ ਇੱਥੇ ਰਹਿੰਦੀ ਸੀ। ਰਾਏ ਭੋਏ ਦੀ ਤਲਵੰਡੀ ਦੇ ਵਿੱਚ ਕਈ ਘਰ ਉਹਨਾਂ ਦੇ ਵਸਦੇ ਹਨ। ਅਸ ਦਿਜਵਰ ਜਹ ਬਸੇ ਸੁਖਾਰੇ, ਛਤਰੀ ਧਰਮ ਜੁਧ ਹਿਤ ਧਾਰੇ। ਤੇ ਕੁਝ ਇੱਥੇ ਪੰਡਤਾਂ ਦੇ ਘਰ ਸੀ। ਪੰਡਤ ਵੀ ਉਹ ਵਿਦਵਾਨ ਬ੍ਰਾਹਮਣ, ਚੜ੍ਹਦੀ ਕਲਾ ਵਾਲੇ, ਭਗਤੀ ਵਾਲੇ, ਤੇ ਕੁਝ ਪਖੰਡ ਵਾਲੇ ਵੀ ਸੀ। ਹੁਣ ਖੱਤਰੀਆਂ ਤੇ ਬ੍ਰਾਹਮਣਾਂ ਦਾ ਭਾਈਚਾਰਾ ਬੜਾ ਹੈ। ਜੇ ਉਸ ਵੇਲੇ ਦੇ ਸਮਾਜ ਨਾਲ ਗੱਲ ਕਰੀਏ ਤੇ ਆਉਣ ਵਾਲੇ ਸਮੇਂ ਨਾਲ ਗੱਲ ਕਰੀਏ, ਦੋਨੇ ਹੀ ਉੱਚੀਆਂ ਜਾਤਾਂ ਮੰਨੀਆਂ ਜਾਂਦੀਆਂ। ਪਰ ਗੁਰੂ ਨਾਨਕ ਦੇ ਘਰ 'ਚ ਕੋਈ ਥਾਂ ਨਹੀਂ ਜਾਤ ਪਾਤ, ਕੋਈ ਵੀ ਥਾਂ ਨਹੀਂ ਹੈ, ਚਾਹੇ ਕੋਈ ਵੀ ਹੋਵੇ। ਪਰ ਉਹਨਾਂ ਸਮਿਆਂ ਵਿੱਚ ਦੋਨੇ ਜਾਤਾਂ ਉੱਚੀਆਂ ਮੰਨੀਆਂ ਜਾਂਦੀਆਂ ਨੇ। ਹਰ ਬੰਦਾ ਇਹਨਾਂ ਨੂੰ ਨਮਸਕਾਰ ਕਰਦਾ, ਮੱਥਾ ਟੇਕਦਾ। ਕਹਿੰਦੇ ਜਿਹੜੇ ਉਹ ਪੰਡਤ ਲੋਕ ਸੀ ਬੜੇ ਵਿਦਵਾਨ ਸਨ, ਵਿਦਿਆ ਵਿੱਚ ਨਿਪੁੰਨ ਸਨ। 25-25 ਸਾਲ ਸੰਸਕ੍ਰਿਤ ਪੜ੍ਹਦੇ ਸੀ, ਵੇਦਾਂ ਦਾ ਗਿਆਨ ਰੱਖਦੇ ਨੇ। ਬਨਕ ਧਨੀ ਕ੍ਰਿਤ ਬਨਜ ਬਨੀਤਾ, ਬਾਤ ਕੁਸ਼ਲ ਵੇਦਨ ਪਥ ਪ੍ਰੀਤਾ। ਹੁਣ ਜਿੱਥੇ ਵੇਦੀ ਲੋਕ ਵੇਦਾਂ ਨੂੰ ਪੜ੍ਹਦੇ ਆ, ਵੇਦ ਪੜ੍ਹਨ ਵਾਲੇ ਨੂੰ ਵੇਦੀ ਕਿਹਾ ਜਾਂਦਾ ਹੈ। ਵੇਦ 4 ਵੇਦ, ਸ਼ਾਮ ਵੇਦ, ਜੁਜਰ ਵੇਦ, ਅਥਰਵਣ, ਰਿਗਵੇਦ। ਚਾਰਾਂ ਨੂੰ ਪੜ੍ਹਨ ਵਾਲੇ, ਵਾਚਣ ਵਾਲੇ। ਇੱਕ ਵੇਦ ਪੜ੍ਹਨਾ ਸਿੱਖਣ ਵਾਸਤੇ 15-15 ਸਾਲ ਲੱਗ ਜਾਂਦੇ। ਸੰਸਕ੍ਰਿਤ ਇੰਨੀ ਔਖੀ ਹੈ। ਕਹਿੰਦੇ ਉਹ ਵੇਦਾਂ ਨੂੰ ਪੜ੍ਹਨ ਵਾਲਾ ਪਰਿਵਾਰ ਸੀ। ਫਿਰ ਪੰਡਤ ਲੋਕਾਂ ਦੇ ਸਹਿਯੋਗ ਨਾਲ ਪੜ੍ਹਦੇ ਸੀ। ਹੁਣ ਇਸ ਨਗਰ ਵਿੱਚ ਰਹਿਣ ਵਾਲੇ ਬਾਣੀਏ ਲੋਕ, ਬੜਾ ਭਾਈਚਾਰਾ ਸੀ, ਬੜਾ ਪਿਆਰ ਸੀ। ਆ ਤੇ ਹੁਣ ਤੱਕ ਚੱਲਿਆ ਆਇਆ। ਆੜਤੀਆਂ ਨਾਲ ਪਿਆਰ ਜ਼ਿਮੀਂਦਾਰਾਂ ਦਾ ਕੋਈ ਪੁਰਾਣਾ ਹੈ। ਬੜੇ ਲੰਮੇ ਗਹਿਰੇ ਰਿਸ਼ਤੇ ਚੱਲੇ ਆਏ ਆ। ਇਹ ਗੁਰੂ ਸਾਹਿਬ ਵੇਲੇ ਤੇ ਚੱਲਦਾ ਆਇਆ ਸਾਰਾ ਕੁਛ। ਇਹ ਤੇ ਅਲੱਗ ਗੱਲ ਹੈ ਵੀ ਰਾਜਨੀਤਿਕ ਲੋਕਾਂ ਨੇ ਜ਼ਹਿਰ ਪਾ ਕੇ ਜਾਤਾਂ ਪਾਤਾਂ ਦਾ ਅਲੱਗ ਗੁਰਦੁਆਰੇ ਕਰਾਤੇ, ਅਲੱਗ ਸਭ ਕੁਝ ਕਰਤਾ। ਇਹ ਸਿਰਫ ਜ਼ਹਿਰ ਬੀਜਿਆ ਗਿਆ, ਸਿਰਫ ਵੋਟਬੰਦੀ ਕਰਕੇ, ਤੋਂ ਬਾਅਦ ਕੇ ਕੁਛ ਨਹੀਂ ਹੈ। ਕਦੇ 1947 ਤੋਂ ਪਹਿਲਾਂ ਦੇ ਗੁਰਦੁਆਰੇ ਵੇਖ ਲਿਓ, ਪੁੱਛ ਲਿਓ ਕਿਸੇ ਨੂੰ, ਆਪਣੇ ਬਜ਼ੁਰਗਾਂ ਨੂੰ। ਕਹਿੰਦੇ ਗੁਰੂ ਘਰ ਦੇ ਵਿੱਚ ਹੀ ਉੱਥੇ ਹੀ ਪੰਡਤ ਬਹਿ ਜਾਂਦਾ ਸੀ, ਉੱਥੇ ਹੀ ਕੁਰਾਨ ਪੜ੍ਹਿਆ ਜਾਂਦਾ ਸੀ। ਇੱਕੋ ਛੱਤ ਥੱਲੇ ਤਿੰਨੇ ਧਰਮ ਇਕੱਠੇ ਰਹਿੰਦੇ ਸੀ। ਉਹ ਹੁਣ ਤੇ ਗਵਾਂਢ ਵਿੱਚ ਕਿਤੇ ਗੁਰਦੁਆਰਾ ਆਵਾਜ਼ ਵਧਾ ਦੇ, ਜਾ ਕਿਤੇ ਮੁੱਲਾ ਚੀਕ ਮਾਰਦੇ, ਉਹਦੀ ਕਹਿੰਦੇ ਸ਼ਾਮੀ ਥਾਣੇ ਆਇਓ ਜੀ ਸਾਡਾ ਨਾਮ। ਹੁਣ ਤੇ ਵੈਰ ਇੰਨਾ ਪਿਆ ਹੋਇਆ, ਕਿਉਂਕਿ ਲੋਕ ਭੁੱਲ ਚੁੱਕੇ ਆ। ਉਹਨਾਂ ਸਮਿਆਂ ਦੇ ਬਾਣੀਏ ਲੋਕ ਕਹਿੰਦੇ ਬੇਦੀਆਂ ਦੇ ਨਾਲ ਬੜਾ ਸਹਿਚਾਰ ਰੱਖਦੇ ਸੀ। ਪਰਿਵਾਰਵਾਦ ਦੇ ਰਿਸ਼ਤੇ ਆ ਜੀ, ਰਿਸ਼ਤੇ ਪਹਿਲਾਂ ਸੀ, ਪੈਸਾ ਬਾਅਦ ਵਿੱਚੋਂ ਸੀ। ਲੈਣ ਦੇਣ ਵਪਾਰ ਬਾਅਦ ਵਿੱਚੋਂ ਹੁੰਦੇ ਸਨ। ਉਦਰ ਸੁਭਿੰਨ ਕੀ ਸੇਵ ਕਰੇ, ਨਪੁੰਨ ਕਾਰ ਨਿਜ ਨਿਜ ਮਹਿਤੇ। ਇਹਦੇ ਜਿਹੜੇ ਸ਼ੂਦਰ ਲੋਕ ਸੀ, ਜਿਨ੍ਹਾਂ ਨੂੰ ਨੀਵੀਆਂ ਜਾਤਾਂ ਉਹਨਾਂ ਸਮਿਆਂ 'ਚ ਕਿਹਾ ਜਾਂਦਾ ਸੀ, ਉਹ ਲੋਕ ਵੀ ਇੱਕ ਰਾਏ ਭੋਏ ਦੀ ਤਲਵੰਡੀ ਐਸੀ ਸੀ ਜਿਹਦੇ ਵਿੱਚ ਸ਼ੂਦਰਾਂ ਦੇ ਘਰ ਪੂਰਬ ਵਾਲੇ ਪਾਸੇ ਸੀ। ਇੱਕ ਤੁਹਾਨੂੰ ਡੂੰਘੀ ਗੱਲ ਦੱਸਣ ਲੱਗਿਆ, ਪੰਜਾਬ ਦੇ ਪਿੰਡਾਂ ਨਾਲ ਤੁਹਾਡਾ ਜੁੜਿਆ ਨਾ ਪਿਛੋਕੜ। ਅੱਜ ਵੀ ਜਾ ਕੇ ਵੇਖਿਓ, ਜਿਨ੍ਹਾਂ ਨੂੰ ਨੀਚ ਲੋਕ ਕਹਿੰਦੇ ਆ ਨਾ ਜੀ, ਵੈਸੇ ਤੇ ਇਹ ਸ਼ਬਦ ਵਰਤਣੇ ਨਹੀਂ ਚਾਹੀਦੇ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਚੀਜ਼ਾਂ ਖਤਮ ਕਰ ਦਿੱਤੀਆਂ, ਬਿਲਕੁਲ ਖਤਮ, ਪਰ ਲੋਕਾਂ ਨੇ ਜਾਗਰੂਕ ਰੱਖੀਆਂ। ਐਡੀ ਵੱਡੀ ਰਾਜਨੀਤੀ ਖੇਡੀ ਗਈ, ਸਾਨੂੰ ਪਤਾ ਨਹੀਂ ਲੱਗਿਆ। ਅੱਜ ਵੀ ਪਿੰਡਾਂ ਦੇ ਵਿੱਚ ਛੋਟੀਆਂ ਜਾਤਾਂ ਦੇ ਘਰ ਇੱਕ ਵਿਹੜਾ ਬਣਾ ਕੇ ਉੱਤਰ ਦੀ ਦਿਸ਼ਾ ਵਿੱਚ ਨੇ। ਦਿਸ਼ਾ ਨੋਟ ਕਰਿਓ ਜਾ ਕੇ ਪਹਿਲਾਂ ਵੀ ਕਿਹੜੇ ਪਾਸੇ ਘਰ ਹੁੰਦੇ ਇਹਨਾਂ ਲੋਕਾਂ, ਕਿਉਂ ਨੇ ਵੀ ਇਹ ਉੱਤਰ ਦੀ ਦਿਸ਼ਾ, ਉਹ ਸ਼ਿਵ ਦਾ ਪਾਸਾ। ਇਹਨਾਂ ਲੋਕਾਂ ਦਾ ਪਰਛਾਵਾਂ ਕਿਤੇ ਸਾਡੀ ਉੱਚੀ ਜਾਤਰੀਆਂ ਤੇ ਨਾ ਪੈ ਜਾਏ। ਕਦੇ ਸੋਚਿਆ ਕਿਸੇ ਨੇ ਗੱਲ? ਲੌਜਿਕ ਦੀਆਂ ਗੱਲਾਂ ਵੀ ਵਿਹੜਾ ਜਾਂ ਕਿਉਂ ਬਣਾਇਆ ਹੁੰਦਾ ਹੈ, ਜਿਹਨੂੰ ਵਿਹੜਾ ਕਹਿੰਦੇ ਆ। ਉਹਨਾਂ ਨੂੰ ਕੀ ਕਹਿੰਦੇ? ਇਹ ਫਲਾਣੇ ਲੋਕ ਨੇ ਜੀ, ਇਹ ਨੀਚ ਲੋਕ ਨੇ। ਉਹ ਬੰਦਾ ਨੀਚ ਨਹੀਂ ਹੈ, ਸੋਚ ਨੀਚ ਹੋ ਸਕਦੀ ਹੈ। ਕੋਈ ਜਾਤਾਂ ਕਰਕੇ ਥੋੜਾ ਨੀਚ। ਹੁਣ ਇਹ ਜੱਟਾਂ ਦੇ ਘਰ ਜੰਮ ਕੇ ਮਾੜੇ ਕੰਮ ਕਰੇ, ਕੰਮ ਉਹ ਕਰੇ ਜਿਹੜੇ ਸਭ ਤੋਂ ਨੀਚ ਨੇ, ਉੱਚਾ ਹੋ ਸਕਦਾ ਹੈ? ਇੱਕ ਆਮ ਗਰੀਬ ਪਰਿਵਾਰ ਦੇ ਘਰੇ ਜੰਮ ਕੇ ਮਹਾਨ ਕਾਰਜ ਕਰੇ, ਉਹਨੂੰ ਮਾੜਾ ਕਹੂ ਕੋਈ? ਕਹਿੰਦੇ ਉਹਨਾਂ ਸਮਿਆਂ ਦੇ ਵਿੱਚ ਇੱਕੋ ਰਾਏ ਭੋਏ ਦੀ ਤਲਵੰਡੀ ਸੀ, ਜਿਹਦੇ ਵਿੱਚ ਪੂਰਬ ਵਾਲੇ ਪਾਸੇ ਇਹਨਾਂ ਲੋਕਾਂ ਦੇ ਘਰ ਸੀ, ਪਰ ਰਹਿੰਦੇ ਇਕੱਠੇ ਸੀ। ਨਾ ਤੇ ਬੇਦੀਆਂ ਨੇ ਸੋਚਿਆ, ਨਾ ਪੰਡਤਾਂ ਨੇ ਸੋਚਿਆ, ਪਹਿਲਾਂ ਕਰਦੇ ਸੀ ਸਾਰਾ ਕੁਝ। ਪਰ ਇਹ ਗੁਰੂ ਸਾਹਿਬ ਦੇ ਆਉਣ ਦਾ ਇਫੈਕਟ ਹੈ, ਪ੍ਰਭਾਵ ਹੈ। ਕਹਿੰਦੇ ਲੋਕ ਇਕੱਠੇ ਰਲ ਮਿਲ ਕੇ ਰਹਿੰਦੇ ਆ। ਹੁਣ ਭਾਈ ਮਰਦਾਨਾ ਜੀ ਮਰਾਸੀਆਂ ਦੀ ਜਾਤ ਵਿੱਚ ਹੁੰਦੇ ਮੁਸਲਮਾਨ। ਜੇ ਕਿਤੇ ਆਹੀ ਗੱਲ ਹੁੰਦੀ ਤੇ ਮਰਦ ਨੇ ਕਹਿਣਾ ਸੀ ਮਰਦਾਨੇ ਪਰਾਂ ਰਿਹਾ ਕਰ ਭਾਈ, ਤੂੰ ਤੇ ਹੋਰ ਜਾਤ ਲੈ। ਕੱਟਿਆ ਨਾ ਗੋੜ ਮਰਦ ਨੇ। ਜਿੱਥੇ ਮਰਜੀ ਪੜ੍ਹ ਲਓ ਬਚਨ, ਇੱਕ ਬਾਬਾ ਕਾਲ ਰੂਪ, ਦੂਜਾ ਰਬਾਬੀ ਮਰਦਾਨਾ।
ਜਿੰਦ ਜਾਨ ਹੈ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦੀ। ਕਿੱਥੇ ਸਾਨੂੰ ਸਮਝ ਆਉਣਗੀਆਂ ਗੱਲਾਂ। ਸੱਚੀ ਕਿਤੇ ਮਹਾਰਾਜ ਕਿਰਪਾ ਕਰ ਦੇਣਾ। ਇੰਨਾ ਕੁ ਸੋਚ ਲਈਏ, ਮਰਨੀ ਮਰਜੀ ਹੈ, ਆਪਣੇ ਨਾਂ ਨਾਲ ਜਾਤ ਤੇ ਗੋਤ ਨਹੀਂ ਲਾਉਣਾ, ਬਿਲਕੁਲ ਨਹੀਂ ਲਾਉਣਾ। ਤੇ ਫਿਰ ਦੇਖਿਓ ਤੁਹਾਡੇ ਤੇ ਗੁਰੂ ਸਾਹਿਬ ਦੀ ਕਿਰਪਾ ਹੁੰਦੀ। ਅੱਜ ਕਿਹੜੀ ਕਿਰਪਾ, ਮਹਾਰਾਜ ਅੱਗੇ ਅਰਦਾਸ ਕਰਾਉਂਦਾ ਫਲਾਣਾ ਸਿੰਘ ਢਿੱਲੋਂ। ਜੇ ਕਿਤੇ ਬਾਬਾ ਜੀ ਭੁੱਲ ਜੇ ਨਾ ਨਾਂ ਢਿੱਲੋਂ ਬੋਲਣਾ, ਪਿੱਛੋਂ ਖੜਾ ਬੋਲਦਾ ਉਹ ਢਿੱਲੋਂ ਬੋਲ ਬਾਬੇ, ਭੁੱਲ ਗਏ ਪੁੱਤ। ਜਿੱਦਣ ਸ਼ਮਸ਼ਾਨ ਚ ਜਾਏਗਾ ਢਿੱਲੋਂ ਛਿੱਲੋਂ ਕਿਸੇ ਨੇ ਨਹੀਂ ਵੇਖਣਾ। ਸਾਡਾ ਨਾਮ ਉਨੀਆਂ ਹੀ ਲੱਕੜਾਂ ਲੱਗਦੀਆਂ ਨੇ, ਉਹੀ ਥਾਂ ਹੁੰਦੀ ਹੈ ਤੇ ਉਹੀ ਸਸਤਾ ਜਿਹਾ ਕੱਪੜਾ ਲੱਭ ਕੇ ਲਿਆਉਂਦੇ ਆ, ਚਿੱਟਾ ਜਿਹਾ, ਕਹਿੰਦੇ ਨਿਬੇੜੋ ਯਾਰ ਕੰਮ ਕਰਾਂ, ਕੰਮ ਤੇ ਜਾਣਾ, ਡਿਊਟੀ ਜਾਣਾ, ਕੋਈ ਨਹੀਂ ਪੁੱਛਦਾ। ਸ਼ਮਸ਼ਾਨ ਦੀ ਧਰਤੀ ਤੇ ਜਾ ਕੇ ਜਾਤਾਂ ਪਾਤਾਂ ਖਤਮ। ਹੁਣ ਤੇ ਲੋਕਾਂ ਨੂੰ ਵੀ ਜਾਤਾਂ ਦੇ ਆਧਾਰ ਤੇ ਬਣਾਏ ਹੋਏ ਆ। ਆਹ ਫਲਾਣਿਆਂ ਦਾ ਜੀ, ਆ ਫਲਾਣਿਆਂ ਦਾ। ਦੱਸ ਰੱਬ ਵੀ ਵੰਡਿਆ ਸੀ, ਮਰਨ ਤੋਂ ਬਾਅਦ ਵੀ ਥਾਵਾਂ ਵੰਡੀਆਂ ਗਈਆਂ। ਇਹ ਤੋਂ ਵੱਧ ਕੀ ਗਰਕਿਆ ਜਾ ਸਕਦਾ ਹੈ। ਜੋ ਕੁਝ ਪਹਿਲਾਂ ਸੀ ਉਹੀ ਕੁਝ ਹੋਣਾ ਹੈ। ਤੇ ਜੇ ਹੁਣ ਇਹ ਚੀਕਣਗੇ ਨਾ ਲੋਕ ਵੀ ਆਹ ਨਵੇਂ ਸੰਵਿਧਾਨ ਹੋ ਗਏ ਜੀ, ਕਾਨੂੰਨ ਬਦਲ ਗਏ, ਉਹ ਠੀਕ ਆ, ਬਦਲ ਜਾਣਗੇ। ਭਾਈ ਤੁਹਾਡੇ ਲੱਛਣ ਤੇ ਪਹਿਲਾਂ ਹੀ ਉਹੀ ਸੀ। ਤੁਸੀਂ ਤੇ ਪਹਿਲਾਂ ਹੀ ਜਾਤਾਂ ਪਾਤਾਂ ਦੇ ਫਸੇ ਹੋਏ ਸੀ। ਜੇ ਅਗਲਾ ਲਾਗੂ ਕਰ ਵੀ ਦਿੱਤਾ ਤੇ ਮਾੜਾ ਕੀ ਹੈ, ਬਸ ਇੰਨਾ ਕੀ ਹੈ ਵੀ ਸ਼ੂਦਰਾਂ ਦੀ ਗਿਣਤੀ ਚ ਆ ਜਾਵੇ, ਕੋਈ ਗੱਲ ਨਹੀਂ। ਆਦਤਾਂ ਤੇ ਉਹੀ ਨੇ। ਕਹਿੰਦੀ ਉਹਨਾਂ ਸਮਿਆਂ ਵਿੱਚ ਜਿਨ੍ਹਾਂ ਨੂੰ ਸ਼ੂਦਰ ਕਹਿੰਦੇ ਸੀ ਨਾ, ਉਹ ਵੀ ਇਹਨਾਂ ਘਰਾਂ ਚ ਆਉਂਦੇ ਸੀ ਕਿਉਂਕਿ ਗਰੀਬ ਘਰ ਨਹੀਂ ਸੀ। ਦੁੱਧ ਲੈ ਕੇ ਜਾਣਾ, ਉਹਨਾਂ ਸਮਿਆਂ ਦਾ ਅਨਾਜ ਲੈ ਕੇ ਜਾਣਾ, ਭਾਈਚਾਰਾ ਸੀ। ਇੰਨਾ ਪਿਆਰ ਕਿਸੇ ਨਗਰ ਵਿੱਚ ਵੇਖਿਆ ਨਹੀਂ ਸੀ। ਨਰ ਅਰੋਗਤਾ ਜੁਤ ਕੁਸ਼ਲਤਾ, ਵੈਦਿਕ ਪਠੈ ਹੀਤ ਸਭ ਗਿਆਤਾ। ਹੁਣ ਬੇਦੀਆਂ ਦੇ ਵੰਸ਼ ਵਿੱਚੋਂ ਵੈਦ ਬੜੇ ਸੀ। ਵੈਦ ਦਵਾਈ ਬੂਟੀ ਦੇਣ ਵਾਲੇ। ਕਹਿੰਦੇ ਉਹਨਾਂ ਵੈਦਾਂ ਨੇ ਵੀ ਕਦੇ ਨਹੀਂ ਸੋਚਿਆ ਸੀ ਵੀ ਨੀਵੀਂ ਜਾਤ ਵਾਲੇ ਲੋਕ ਇਹਨਾਂ ਦੇ ਘਰ ਨਹੀਂ ਜਾਣਾ, ਭਾਵੇਂ ਮਰ ਜੇ ਕੁਛ ਨਹੀਂ ਦੇਣਾ। ਪਰ ਹਾਂ, ਪੁਰਾਣਾ ਸੱਭਿਆਚਾਰ ਪੜ੍ਹ ਕੇ ਵੇਖੋ ਇਸ ਦੁਨੀਆ ਦਾ। ਕੰਨਾਂ 'ਚ ਸਿੱਕਾ ਢਾਲ ਕੇ ਪਾਇਆ ਜਾਂਦਾ ਸੀ, ਕਹਿੰਦੇ ਆਵਾਜ਼ ਨਾ ਸੁਣ ਲੈਂਦੇ। ਵੇਦ ਨਹੀਂ ਸੁਣ ਸਕਦਾ ਸ਼ੂਦਰ, ਤੇ ਨਾ ਘੋੜੇ ਤੇ ਬਹਿ ਸਕਦਾ ਸੀ, ਨਾ ਸਿਰ ਤੇ ਕਲਗੀ ਲਾ ਸਕਦਾ, ਨਾ ਪੱਗ ਬੰਨ੍ਹ ਸਕਦਾ, ਨੰਗੇ ਸਿਰ ਰਹਿਣਾ। ਬ੍ਰਾਹਮਣ ਉਸ ਵੇਲੇ ਲੰਘਦਾ ਸੀ ਜਦੋਂ ਸ਼ੂਦਰ ਨੂੰ ਅੰਦਰ ਵਾੜਿਆ ਜਾਂਦਾ ਸੀ ਵੀ ਜੇ ਤੇਰਾ ਪਰਛਾਵਾਂ ਕਿਤੇ ਪੈ ਗਿਆ ਨਾ ਪੰਡਤ ਤੇ, ਪੰਡਤ ਭ੍ਰਿਸ਼ਟਿਆ ਜਾਊ। ਇਹਦਾ ਮਤਲਬ ਇਹ ਫਿਰ એનર્ਜੀ ਤੇ ਸ਼ੂਦਰ 'ਚ ਜ਼ਿਆਦਾ ਹੋ ਗਈ। ਜਿਹਨੇ ਬਾਹਮਣ ਢਾਲਿਆ ਸਾਰਾ ਨਾਮ ਜਿਉਂ ਹੀ ਐਕਟਿਵ ਹੋ ਗਿਆ। ਫਿਰ એનર્ਜੀ ਕਿਹਦੀ ਜ਼ਿਆਦਾ ਹੈ? ਭਗਤੀ ਵਾਲਾ। ਫਿਰ ਤੇ ਇਹੋ ਜਿਹੇ ਕੰਮ ਹੈ ਵੀ ਜੇ ਬ੍ਰਾਹਮਣ ਤੇ ਪਰਛਾਵਾਂ ਪੈ ਗਿਆ ਮਾੜਾ ਹੈ। ਪਿਆਰਿਓ ਐਸਾ ਕੁਛ ਨਹੀਂ ਹੁੰਦਾ। ਬੰਦਾ ਆਦਤਾਂ ਕਰਕੇ, ਵਿਚਾਰਾਂ ਕਰਕੇ ਚੰਗਾ ਮਾੜਾ ਹੋ ਸਕਦਾ, ਜਾਤਾਂ ਪਾਤਾਂ ਕਰਕੇ ਕੁਛ ਨਹੀਂ ਹੈ। ਇਹ ਸਿਰਫ ਸਾਡੇ 'ਚ ਬਖਰੇਵੇ ਪਾ ਕੇ ਸਾਨੂੰ ਇਕੱਠੇ ਨਹੀਂ ਰਹਿਣ ਦਿੰਦੇ। ਹੱਕੇ ਨਹੀਂ, ਗੁਰੂ ਘਰ ਇਕੱਠੇ ਕਰਨ ਵਾਸਤੇ, ਇਕਾਗਰਤਾ ਵਾਸਤੇ। ਉਹਨਾਂ ਸਮਿਆਂ ਵਿੱਚ ਵੈਦ ਲੋਕ ਕਹਿੰਦੇ ਸਭ ਦੇ ਘਰ ਜਾਂਦੇ ਆ, ਪਰ ਬਹੁਤ ਘੱਟ ਲੋਕ ਬਿਮਾਰ ਹੁੰਦੇ ਆ, ਅਰੋਗ ਰਹਿੰਦੇ ਆ, ਰੋਗਾਂ ਤੋਂ ਰਹਿਤ। ਬੜੀਆਂ ਘੱਟ ਬਿਮਾਰੀਆਂ ਸੀ ਕਿਉਂਕਿ ਅੱਜ ਵਰਗਾ ਜ਼ਮਾਨਾ ਨਹੀਂ ਸੀ। ਕਹਿੰਦੇ ਵੈਦਾਂ ਨੇ ਜਾਣਾ, ਪਿਆਰ ਇੰਨਾ ਸੀ, ਪਿੰਡ 'ਚੋਂ ਕੋਈ ਵੈਦ ਹਕੀਮ ਪੈਸੇ ਨਹੀਂ ਸੀ ਮੰਗਦਾ। ਹੁਣ ਤੇ ਘਰ 'ਚੋਂ ਡਾਕਟਰ ਹੋਵੇ ਉਹ ਵੀ ਕਹਿੰਦਾ ਵੀ ਸਿੱਧਾ ਮੇਰੇ ਕੋਲ ਆਈ, ਪਹਿਲਾਂ ਉੱਥੇ ਜਾਈ ਰਿਸੈਪਸ਼ਨ ਤੇ, ਫਲਾਣੀ ਥਾਂ ਤੇ ਜਾਈ। ਉਹਨੂੰ ਪਤਾ ਜੇ ਮੇਰੇ ਕੋਲ ਆਊ ਇਹਨੇ ਦੇਣਾ ਕੱਖ ਨਹੀਂ, ਉੱਥੇ ਜਾਊ 500 ਦਾ ਠੱਪੂ ਲਗਾ, ਪਰਚੀ ਕਢਾ ਕੇ ਆਊਗਾ। ਇਹ ਸਾਰਾ ਹਿਸਾਬ ਕਿਤਾਬ ਚੱਲਦਾ। ਪਰ ਉਦੋਂ ਪਿਆਰ ਵੈਦਾਂ ਦਾ ਇੰਨਾ ਸੀ ਕਿ ਲੋਕ ਹੱਕ ਨਹੀਂ ਸੀ ਰੱਖਦੇ ਦਵਾਈ ਬੂਟੀ ਦੇ ਪੈਸੇ ਦੇਣੇ, ਪਰ ਵੈਦ ਲੋਕ ਬੜੇ ਮਿਹਰਬਾਨ ਹੁੰਦੇ ਨੇ। ਬੇਦੀ ਬੰਸ ਬਸੈ ਧਨ ਧਾਰੀ, ਜੁਧ ਬੇਦਕ ਜਿਨਹਿ ਸੁਧਾਰੀ। ਜਿਹੜੀ ਇੱਥੇ ਬੇਦੀਆਂ ਦੀ ਵੰਸ ਰਹਿੰਦੀ, ਵੇਖੋ ਕਿੱਡਾ ਡੀਪਲੀ ਸਮਝਾ ਰਹੇ ਭਾਈ ਬਾਲਾ ਜੀ। ਕਦੇ ਸੁਣਿਆ ਇਹਨਾਂ ਨੂੰ? ਕਹਿੰਦੇ ਉਹ ਬੇਦੀਆਂ ਦੀ ਵੰਸ ਪੁਰਾਣੇ ਸਮੇਂ ਤੋਂ ਛਤਰੀਆਂ ਦੀ ਵੰਸ ਹੈ, ਜੰਗ ਯੁੱਧ ਕਰਦੇ ਆਏ ਆ। ਜੇ ਬੇਦੀਆਂ ਦੀ ਵੰਸ ਦਾ ਇਤਿਹਾਸ ਪੜ੍ਹੀਏ ਬੜਾ ਦੂਰ ਲੈ ਜਾਏਗਾ, ਸਭ ਜਗ ਮਿਲੇਗਾ। ਆਪਾਂ ਉਸ ਪਾਸੇ ਨਹੀਂ ਜਾਣਾ ਕਿਉਂਕਿ ਮਹਾਰਾਜ ਨੇ ਜਾਤਾਂ ਪਾਤਾਂ ਦਾ ਗੁੜ ਖਤਮ ਕੀਤਾ ਹੈ। ਇੱਥੇ ਫਿਰ ਕਿਉਂ ਦੱਸੀ ਜਾਂਦੇ ਆ? ਕਿਉਂਕਿ ਅਜੇ ਗੁਰੂ ਸਾਹਿਬ ਨੇ ਨਾਮ ਦਾ ਸਿੱਕਾ ਨਹੀਂ ਵਰਤਾਇਆ, ਅਜੇ ਤੇ ਅਵਤਾਰ ਧਾਰਨ ਕਰਨਾ ਉਹ ਤੋਂ ਪਹਿਲਾਂ ਮਾੜਾ ਮੋਟਾ ਸੀ ਪਿੰਡ ਵਿੱਚ ਵੀ। ਆ ਬੇਦੀ ਨੇ, ਆ ਪੰਡਤ ਨੇ, ਭਾਵੇਂ ਲੋਕਾਂ 'ਚ ਪਿਆਰ ਬੜਾ ਹੈ, ਭਾਈਚਾਰਾ ਬੜਾ ਹੈ, ਪਰ ਨਾਮਾਂ ਕਰਕੇ ਅਲੱਗ-ਅਲੱਗ ਸੀ। ਹੁਣ ਇਹ ਜਿਹੜੇ ਵੇਦੀ ਲੋਕ ਸਨ, ਇਹ ਸ਼ਸਤਰਧਾਰੀ ਸੀ, ਘੋੜਿਆਂ ਦੀ ਸਵਾਰੀ ਕਰਦੇ ਸਨ। ਟੁੱਡ ਕਾਲਕ ਪਾਵਕ ਕੁੰਡਾ, ਜਗ ਥੰਬ ਸੇ ਸੋਭਿਤ ਝੰਡਾ। ਏਡੇ ਜ਼ਬਰਦਸਤ ਲੋਕ ਸਨ, ਕਹਿੰਦੇ ਜਿਹੜੇ ਯੁੱਧ ਵਿੱਚ ਜਾ ਖੜਦੇ ਸੀ ਨਾ, ਇਹ ਖੱਤਰੀ ਛਤਰੀ ਯੁੱਧ ਜਿੱਤ ਕੇ ਆਉਂਦੇ ਸੀ। ਇਸੇ ਕਰਕੇ ਮਰਦ ਲਿਖਦੇ ਆ ਨਾ ਕਲਗੀਧਰ ਪਾਤਸ਼ਾਹ, ਕਹਿੰਦੇ ਛਤਰੀ ਕੇ ਪੂਤ ਹੋ ਬਾਹਣ ਕੇ ਨਾਹੇ।
ਕਹਿੰਦੇ ਮੇਰਾ ਖਾਲਸਾ ਛਤਰੀਆਂ ਦਾ ਪੁੱਤ ਹੈ। ਛਤਰੀ ਖੱਤਰੀ ਨੂੰ ਨਹੀਂ ਕਹਿੰਦੇ, ਛਤਰੀ ਨਾਮ ਹੁੰਦਾ ਸੂਰਬੀਰ ਦਾ, ਯੋਧੇ ਦਾ। ਯੋਧਿਆਂ ਦੇ ਪੁੱਤ ਯੋਧੇ ਹੁੰਦੇ ਆ, ਬਾਣੀਏ ਨਹੀਂ ਹੁੰਦੇ। ਇਹ ਕਿਉਂ? ਜਾਤਾਂ ਦਾ ਰੌਲਾ ਜੀ, ਇਹ ਬ੍ਰਾਹਮਣ ਹੋ ਗਿਆ ਬਾਣੀਆ ਨਹੀਂ, ਸੁਭਾਅ ਕਰਕੇ। ਮੈਂ ਕਹਿੰਦਾ ਬਾਣੀਆ ਜਿੱਡਾ ਮਰਜ਼ੀ ਵੱਡਾ ਹੋਵੇ, ਚੰਗੇ ਲੋਕ ਨੇ, ਬਾਣੀਏ ਮਾੜੇ ਨਹੀਂ ਹੁੰਦੇ, ਪਰ ਉਹ ਲੜਾਈ ਤੋਂ ਬਹੁਤ ਡਰਦੇ ਆ। ਜੇ ਕੋਈ ਲੜਾਈ ਹੋ ਜੇ, ਉਹ ਸਰਦਾਰ ਜੀ ਚੁੱਪ ਕਰ ਜੋ, ਰਹਿਣ ਤੋਂ ਤੁਸੀਂ ਪੈਸੇ ਨਾ ਦਿਓ, ਡਰਦੇ ਆ। ਤੇ ਬ੍ਰਾਹਮਣ ਬੈਠਾ ਹੋਵੇ, ਖਾਂਦਾ ਹੋਵੇ ਖੀਰ, ਤੇ ਉਹਨੂੰ ਲੱਗੇ ਵੀ ਪੈ ਗਿਆ ਖਤਰਾ, ਫੜੀ ਧੋਤੀ ਨਿਕਲਦਾ, ਚੱਪਲਾਂ ਵੀ ਛੱਡ, ਡਰਦੇ ਆ। ਡਰ ਦੇ ਅੰਦਰ ਇੱਕ ਯੋਧਾ ਏ, ਉਹ ਕਹਿੰਦਾ ਮਰਨੀ ਮਰ ਜਾਗੇ, ਪਰ ਡਰ ਕੋਈ ਨਹੀਂ, ਡਰ ਕੋਈ ਨਹੀਂ। ਤੇ ਅੱਜ ਡਰਾਇਆ ਨਹੀਂ ਜਾਂਦਾ ਦੁਨੀਆ ਨੂੰ ਵੀ ਜੇ ਤੂੰ ਲਾਲ ਰੰਗ ਦੀ ਕੋਟੀ ਪਾ ਕੇ ਬਾਹਰ ਨਿਕਲਿਆ ਤੇਰਾ ਨੁਕਸਾਨ ਹੋ ਜੂ, ਜੇ ਤੂੰ ਅੱਜ ਚੌਲ ਨਾ ਪਾਏ, ਆ ਨਾ ਕੀਤਾ, ਗਾਂ ਨੂੰ ਪੇੜਾ ਨਾ ਦਿੱਤਾ, ਵੀ ਉਸ ਮੂਰਖ ਨੂੰ ਜਾ ਕੇ ਪੁੱਛੇ ਵੀ ਆਪਣੀ ਬੇਬੇ ਨੂੰ ਆਟੇ ਦਾ ਪੇੜਾ ਖਵਾਇਆ ਕਰ, ਘਰੇ ਖਵਾ ਸਕਦੇ ਨੇ? ਉਹ ਤਾਂ ਨਾ ਨਾ, ਮੈਂ ਆਪਣੀ ਮਾਂ ਨੂੰ ਕੱਚੀ ਰੋਟੀ ਨਹੀਂ ਦੇਣੀ, ਉਹਦਾ ਢਿੱਡ ਦੁਖੂਗਾ। ਤੇ ਉਹ ਜਿਹੜੀ ਵਿਚਾਰੀ ਬੇਜਵਾਨ ਤੁਰੀ ਫਿਰਦੀ, ਉਹਨੂੰ ਆਟਾ ਹਜਮ ਹੋ ਜੂਗਾ, ਆਪਰੂਗਾ ਨਹੀਂ ਪੇਟ, ਉਹ ਤੜਫੂਗੀ ਨਹੀਂ। ਆ ਇਹ ਧਰਮ ਦੇ ਨਾਂ ਤੇ ਪਾਪ। ਆਟਾ ਦਊਂਗੇ ਫੇਫੜੇ ਆਫਰ ਜਾਣਗੇ, ਤੜਫਦੀਆਂ ਫਿਰਨਗੀਆਂ ਗਾ, ਤੜਫਦੀਆਂ ਨੇ। ਜੇ ਕੋਈ ਮਨ ਵਿੱਚ ਹੈ ਨਾ, ਆਟਾ ਦੇਣਾ ਬੰਦ ਕਰੋ, ਰੋਟੀ ਦਿਆ ਕਰੋ, ਕੁਛ ਤੇ ਖਾਵੇ। ਜੇ ਜਿਹੜੀ ਚੀਜ਼ ਤੁਸੀਂ ਨਹੀਂ ਖਾ ਸਕਦੇ ਹੋ, ਜਾਨਵਰਾਂ ਨੂੰ ਕਿਉਂ ਦੇ ਰਹੇ? ਇਹ ਪਾਪ ਕਿਉਂ ਕਰਦੇ ਹੋ ਲੋਕਾਂ ਪਿੱਛੇ ਲੱਗ ਕੇ? ਬੜੀ ਮਾੜੀ ਗੱਲ ਹੈ। ਆ ਇੱਕ ਨਵਾਂ ਜਿਹਾ ਟ੍ਰੈਂਡ ਚੱਲਿਆ ਹੋਇਆ, ਅੱਜ ਕੱਲ੍ਹ ਬਹੁਤ ਚੱਲਦਾ ਹੈ ਵੀ ਭਾਈ ਬੀਬਾ ਵੀਜ਼ਾ ਨਹੀਂ ਲੱਗਦਾ, ਕਹਿੰਦੇ ਨਾ ਬਾਬਾ ਜੀ ਏਦਾਂ ਕਰੀ, ਤੇਰੇ ਨੇੜੇ ਗੁਰਦੁਆਰਾ ਕਿਹੜਾ ਪੈਂਦਾ ਹੈ? ਕਹਿੰਦੇ ਜੀ ਧੰਨਾ ਭਗਤ, ਉਹ ਨੇੜੇ ਹੈ। ਫਿਰ ਏਦਾਂ ਕਰਿਆ ਕਰ, 40-41 ਦਿਨ ਨਾ ਕਾਲੀ ਦਾਲ ਰੱਖਿਆ ਕਰ, ਚਿੱਟੀ ਨਹੀਂ ਲੱਗ ਜਾਣੀ। ਨਾ ਨਾ, ਕਿਤੇ ਬਾਬਿਆਂ ਦੀ ਜਿੱਦ ਨਾ ਬਣ ਜੇ, ਕਾਲੀ ਲੈ ਕੇ ਜਾਇਆ ਕਰ। ਤੇ ਲੋਕ ਏਡੇ ਪਖੰਡੀ ਨੇ, ਆ 4-4 ਦਾਣੇ ਲਿਆ ਕੇ ਆ ਕੋਲ ਰੱਖੀ ਹੁੰਦੀ ਹੈ ਵੀ ਭਾਈ ਜੀ ਦੇਣਾ ਬੋਰੀ ਬੋਰੀ ਸੁੱਟ ਜੋ, ਸਾਡਾ ਵੀ ਕੁਝ ਬਣ ਜੇ। ਸਾਡਾ ਨਾਮ ਆ 4 ਦਾਣੇ ਕਿਹਨੂੰ ਖਵਾਵਾਂਗੇ, ਕੌਣ ਬਣਾਊਗਾ? ਜੇ ਇਹਨਾਂ ਪਖੰਡਾਂ 'ਚ ਪੈਣਾ ਤੇ ਕੀ ਹੈ? ਹਾਂ, ਤੁਸੀਂ ਦਾਲ ਦੇਣੀ ਕਮ ਸੇ ਕਮ ਉਹ ਤੇ ਦਿਓ ਜੋ ਤੁਸੀਂ ਘਰੇ ਵਰਤਦੇ ਹੋ। ਇਹ ਗੁਰੂ ਨਾਨਕ ਦਾ ਘਰ ਹੈ, ਕੋਈ ਟੂਣਿਆਂ ਦਾ ਘਰ ਹੈ? ਆਹ ਹਾਲ ਹੈ ਲੋਕਾਂ ਦਾ। ਫਿਰ ਕਹਿੰਦੇ ਸਾਡਾ ਬਾਬਾ ਨਾਨਕ ਸਤਿਗੁਰ ਨਾਨਕ, ਉਹੀ ਲੋਕ ਗੱਲਾਂ ਕਰਦੇ। ਸੇਵਾ ਕਰਨੀ ਗੁਰੂ ਕੇ ਲੰਗਰਾਂ 'ਚ ਕਰੋ, ਤਾਂ ਜੋ ਗੁਰੂ ਕੀ ਸੰਗਤ ਆ ਕੇ ਭੋਜਨ ਛਕ ਸਕੇ, ਕੋਈ ਕੁਝ ਛਕੇ। ਆ ਤੁਹਾਡੇ 4 ਦਾਣਿਆਂ ਨਾਲ ਕੀ ਹੋਣਾ? ਨਾ ਗੁਰਦੁਆਰੇ ਵਾਲਿਆਂ ਦਾ ਕੁਝ ਬਣਨਾ, ਨਾ ਤੁਹਾਡਾ ਬਣਨਾ। ਤੇ ਮੇਰੇ ਵਰਗਾ ਝਾੜੂ ਲਾਉਂਦਾ ਗਾਲਾਂ ਕੱਢਦਾ ਵੀ ਆਹ ਕੀ ਕੀਤਾ? ਸਤਿਆਨਾਸ਼ ਹੋ ਜੇ ਹੋਏ, ਪਖੰਡ ਕਰਕੇ, ਚਾਦਰਾਂ ਗੱਦੀਆਂ ਕਰਕੇ। ਇਹੋ ਜਿਹਾ ਕਿਹੜਾ ਜਿਹੜਾ ਤੈਨੂੰ ਇਹ ਚੀਜ਼ਾਂ ਦੱਸਦਾ ਹੈ? ਕਦੇ ਨਹੀਂ ਕੋਈ ਕਹੂਗਾ ਵੀ ਗੁਰਦੁਆਰੇ ਚੱਲੇ ਆ ਰੋਜ਼ ਇੱਕ ਬੋਰੀ ਸੁੱਟਿਆ ਕਰ। ਸਿਆਣੇ ਇਹ ਲੋਕ ਘਰਾਂ ਨੂੰ ਬਹੁਤ ਇੰਨੀ ਕੁ ਦਾਲ 5-7 ਦਾਣੇ ਉਹ ਰੱਖਣੇ ਆ ਗੋਲਕ ਦੇ ਕੋਲੇ ਵੀ ਜਿਹੜਾ ਮੱਥਾ ਟੇਕੇ ਉਹਦੇ ਸਿਰ ਬਾਬਾ ਚੜ ਜੇ। ਆਖੋ ਸਤਿਨਾਮ। ਹਾਂ, ਪਖੰਡ ਹੈ। ਇਹ ਮੈਂ ਕਿਉਂ ਬੋਲਿਆ? ਇਸੇ ਲਈ ਬੋਲਿਆ ਕਿਉਂਕਿ ਵੇਖ ਅੱਕੇ ਪਏ ਆ, ਜਿੱਥੇ ਮਰਜ਼ੀ ਚਲ ਜੋ, ਪਿੰਡਾਂ ਦੇ ਵੀ ਇਹੀ ਕੰਮ ਚੱਲਦਾ। ਸੇਵਾ ਕਰਨੀ ਚੱਜ ਨਾਲ ਕਰੋ, ਕੁਛ ਬੜੇ ਤੇ ਸਹੀ, ਕੋਈ ਪ੍ਰਸ਼ਾਦਾ ਛਕੇ, ਗੁਰੂ ਘਰ ਆਟਾ ਲੈ ਕੇ ਆਓ, ਦਾਲਾਂ ਸਬਜ਼ੀਆਂ ਲੈ ਕੇ ਆਓ, ਕਿਸੇ ਦੇ ਮੂੰਹ ਵਿੱਚ ਪਊ, ਕੋਈ ਤੁਹਾਡੀ ਅਰਦਾਸ ਕਰੂ, ਕੋਈ ਵਾਹਿਗੁਰੂ ਆਖੂ, ਫਿਰ ਤੇ ਮੰਨਿਆ। ਇਹ 5-7 ਦਾਣਿਆਂ ਨਾਲ ਕੀ ਬਣਨਾ ਜੀ ਦੱਸੋ? ਸਾਰੇ ਮਹੀਨੇ 'ਚ ਕਿਲੋ ਪੂਰੀ ਨਹੀਂ ਹੁੰਦੀ। ਇਹੋ ਜਿਹੇ ਕੰਮ ਕਰਦੇ ਲੋਕ। ਉਹਨਾਂ ਸਮਿਆਂ ਦੇ ਵਿੱਚ ਕਹਿੰਦੇ ਜਿਹੜੇ ਰਾਏ ਭੋਏ ਦੀ ਤਲਵੰਡੀ ਦੇ ਬ੍ਰਾਹਮਣ ਸੀ ਨਾ, ਪੰਡਤ, ਉਹ ਇਹਨਾਂ ਕਰਮ ਕਾਂਡਾਂ ਤੋਂ ਬਹੁਤ ਦੂਰ ਸਨ, ਕਿਉਂਕਿ ਸਿਆਣੇ ਹੋ ਗਏ, ਸਮਝਦਾਰ ਹੋ ਗਏ। ਉਹ ਕਿਸੇ ਸ਼ੂਦਰ ਨੂੰ ਮਾੜਾ ਨਹੀਂ ਕਹਿੰਦੇ, ਕਹਿੰਦੇ ਕੋਈ ਗੱਲ ਨਹੀਂ, ਲਿਖਣ ਵਾਲਿਆਂ ਲਿਖਤਾ, ਅਸੀਂ ਭਾਈਚਾਰਾ ਥੋੜੀ ਖਰਾਬ ਕਰਨਾ ਇਹਨਾਂ ਚੀਜ਼ਾਂ ਪਿੱਛੇ। ਇੰਨਾ ਪਿਆਰ ਸੀ, ਕਹਿੰਦੇ ਵੇਦੀ ਲੋਕ ਵੀ ਸ਼ੂਦਰਾਂ ਦੇ ਨਾਲ ਵਰਤਦੇ ਆ, ਪੰਡਤਾਂ ਨਾਲ ਬਹਿ ਕੇ ਛਕਦੇ ਆ। ਪਿਆਰ ਦੀ ਗੱਲ ਹੈ, ਪਿਆਰ ਦੀ ਗੱਲ। ਮੁਸਲਮਾਨ ਹੋਵੇ, ਹਿੰਦੂ ਹੋਵੇ, ਸਿੱਖ ਹੋਵੇ, ਕੋਈ ਜਾਤ ਹੋਵੇ, ਜਿੱਧਰ ਸਾਡੇ ਰਿਸ਼ਤਿਆਂ 'ਚ ਜਾਤਾਂ ਪਾਤਾਂ ਆਉਣ ਲੱਗੀਆਂ ਨਾ, ਵੱਜ ਪਾਉਣ ਲੱਗੇ, ਯਾਰੀਆਂ ਖਤਮ, ਪਿਆਰ। ਤੇ ਪਿਆਰ ਦਾ ਰਿਸ਼ਤਾ ਵੱਡਾ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਰਾਏ ਭੋਏ ਦੀ ਤਲਵੰਡੀ ਵਿੱਚ ਲੋਕਾਂ ਦਾ ਪਿਆਰ ਵਧਿਆ। ਜਾਤਾਂ ਪਾਤਾਂ ਦੇ ਕਿਲਿਆਂ ਨੂੰ ਤੋੜ ਕੇ, ਹੱਦਾਂ ਨੂੰ ਤੋੜ ਕੇ ਲੋਕੀ ਕਰੀਬ ਹੋ ਗਏ। ਏਰਪਨ ਸਮ ਕਤੁਰਤਾ ਖੋਏ, ਕਰਵਾਰਨ ਕੇ ਕੀਨ ਰਸੋਏ। ਬੇਦੀਆਂ ਦੀ ਵੰਸ਼ ਬੜੀ ਦਾਨੀ ਸੀ, ਦਾਨ ਪੁੰਨ ਕਰਦੇ ਆ। ਹੁਣ ਇਹ ਚੀਜ਼ਾਂ ਨੂੰ ਬੜੇ ਧਿਆਨ ਨਾਲ ਸੁਣਿਓ ਜੀ, ਕਿਉਂਕਿ ਅਜੇ ਸਿੱਖ ਪੰਥ ਦੀ ਸ਼ੁਰੂਆਤ ਨਹੀਂ ਹੋਈ। ਦਿਮਾਗ 'ਚ ਰੱਖਿਓ, ਇਹ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਇਹ ਮਤਲਬ ਨਹੀਂ ਵੀ ਗੁਰੂ ਸਾਹਿਬ ਦਾ ਪਰਿਵਾਰ ਸੀ ਜੀ, ਉਹ ਪੰਡਤ ਨੂੰ ਮੰਨਦਾ ਸੀ, ਫਿਰ ਕੀ ਹੋ ਗਿਆ? ਉਦਣ ਦੱਸਿਓ ਵੀ ਜਿੱਦਣ ਬਾਬੇ ਨਾਨਕ ਗੁਰੂ ਨਾਨਕ ਸਾਹਿਬ ਨੇ ਮੰਨਿਆ ਹੋਵੇ ਪੰਡਤ, ਫਿਰ ਬੋਲਿਓ ਵੀ ਹਾਂ ਗੁਰੂ ਸਾਹਿਬ ਪੰਡਤਾਂ ਦੀ ਪੂਜਾ ਕਰਦੇ, ਫਲਾਣਾ ਨਹੀਂ। ਮਰਦ ਨੇ
ਚਰਚਾ ਕੀਤੀ ਉਹਨਾਂ ਨਾਲ, ਵਿਚਾਰਾਂ ਕੀਤੀਆਂ ਨੇ, ਸਮਝਾਇਆ ਭਾਈ ਮਾੜਾ ਕਰਮ ਛੱਡੋ, ਇਹ ਚੰਗਾ ਨਹੀਂ ਹੈ। ਕਾਜੀ ਮੁੱਲਾ ਮਿਲੇ, ਉਹਨਾਂ ਨਾਲ ਵੀ ਮਹਾਰਾਜ ਨੇ ਚਰਚਾ ਕੀਤੀ ਵੀ ਇਹ ਛੱਡ ਦਿਓ, ਸਿੱਧ ਸੀ ਉਹਨਾਂ ਨਾਲ ਵੀ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੀ ਆਉਣ ਤੋਂ ਪਹਿਲਾਂ ਕਹਿੰਦੇ ਬੇਦੀ ਲੋਕ ਬੜੇ ਦਾਨੀ ਸਨ। ਹੁਣ ਉਹ ਦਾਨ ਕਿਹੜੇ ਸੰਦਰਭ 'ਚ ਕਰਦੇ ਆ ਜੀ? ਉਹ ਸਮਾਂ ਸੀ, ਕੋਈ ਪੰਡਤ ਕਹਿੰਦਾ ਉਹਨਾਂ ਨੂੰ, ਵਿਦਵਾਨ ਕਹਿੰਦਾ, ਬ੍ਰਾਹਮਣ ਕਹਿੰਦਾ ਏ, ਉਹ ਦਾਨੀ ਸੀ। ਆਪਣੇ ਮਜ਼ਹਬ ਦੇ ਅਨੁਸਾਰ ਦਾਨ ਪੁੰਨ ਕਰਦੇ ਹਨ। ਦੁਸ਼ਟ ਮਿਖ ਬੋਦੀਨ ਆਹੁਤੀ ਜਹ ਸਰਪਨ ਸਰਪੀ ਸਰੋਨਤ ਸੰਜੂਤੀ। ਪਰ ਉਹਨਾਂ ਪਰਿਵਾਰਾਂ ਦੇ ਵਿੱਚ ਮਾਸ ਖਾਣਾ ਆਮ ਗੱਲ ਸੀ, ਨਵੀਂ ਗੱਲ ਹੈ ਨਹੀਂ। ਜਿੱਦਣ ਮਰਦ ਨੂੰ ਜਨੇਊ ਪਾਉਣ ਦਾ ਜ਼ਿਕਰ ਆਊਗਾ ਨਾ, ਉਦਣ ਵੀ ਕੋਹੇ ਬੱਕਰਾ ਰਹਿਣਾ ਖਾਣਾ। ਮਰਦ ਨੇ ਸਪਸ਼ਟ ਕਹਿਣਾ, ਕਹਿੰਦੇ ਆਹ ਕੀ ਹੈ, ਤੁਸੀਂ ਲੱਗੇ ਹੋ ਚੰਗਾ ਕੰਮ ਕਰਨ ਤੇ ਇੰਨੇ ਜੀਵਾਂ ਦੀ ਹੱਤਿਆ ਕਰਕੇ ਕਿਹੜੀ ਖੁਸ਼ੀ ਭਾਲਦੇ ਹੋ? ਅੱਜ ਲੋਕਾਂ ਦੇ ਹਾਲ ਪਤਾ ਕੀ ਆ? ਵਿਆਹਾਂ ਵਿੱਚ ਲੋਕੀ ਵੱਢ ਕੇ ਬੱਕਰੇ, ਮਾਰ ਕੇ ਮੁਰਗਿਆਂ ਨੂੰ, ਇੱਕ ਕੁੜੀ ਮੁੰਡੇ ਦੇ ਵਿਆਹ ਦੀ ਖੁਸ਼ੀ ਵਿੱਚ ਕਿੰਨੇ ਜੀਵਾਂ ਦੀ ਹੱਤਿਆ ਹੋਈ। ਇੰਨੀ ਹੱਤਿਆ ਦਾ ਪਾਪ ਕਰਕੇ ਗੁਰਦੁਆਰੇ ਅਰਦਾਸ ਕਰਾਉਂਦੇ ਗੁਰਮੁਖ ਪਿਆਰੇ ਨੇ, ਮਹਾਰਾਜ ਕਿਰਪਾ ਕਰਿਓ, ਸੱਚੀ ਕਿਰਪਾ ਕਰਿਓ ਜੀ। 25 ਤਰੀਕ ਬੱਕਰੇ ਵੱਢੇ ਇਹਨਾਂ ਨੇ ਤੇ 30 35 100 150 ਮੁਰਗਾ ਵਢਾ ਕੇ ਆਏ ਗੁਰਮੁਖ ਪਿਆਰੇ, ਇਹਨਾਂ ਦਾ ਭਲਾ ਹੀ ਹੋਵੇ। ਆਖੋ ਸਤਿਨਾਮ। ਜੀਵ ਹੱਤਿਆ ਕਰਕੇ ਵਿਆਹ ਕਰਕੇ ਕਿੱਥੇ ਵਸੂ ਪਰਿਵਾਰ, ਕਿਹੜੀਆਂ ਖੁਸ਼ੀਆਂ ਭਾਲਦੇ? ਤੇ ਜਦੋਂ ਵੱਢਿਆ ਹੋ ਕਿਸੇ ਦੀ ਖੁਸ਼ੀ ਵਾਸਤੇ ਉਹ ਕਿੱਦਾਂ ਕਰਦੇ ਹੋਣੇ? ਆਹ ਛੋਟੇ ਛੋਟੇ ਪਾਪ ਨੇ ਜਿਹੜੇ ਕਦੇ ਸੋਚੇ ਨਹੀਂ ਅਸੀਂ। ਇਹੀ ਕਾਰਨ ਹੈ ਆਨੰਦ ਕਾਰਜ ਹੋਵੇ, ਗੁਰੂ ਘਰ ਹੋਵੇ, ਤੁਹਾਡੇ ਸਾਡੇ ਨਾਲ ਤੇ ਕੈਨੇਡਾ ਵਾਲੇ ਚੰਗੇ ਆ, ਅਮਰੀਕਾ ਵਾਲੇ ਚੰਗੇ ਆ, ਉਹ ਵਾਲੇ ਪੰਗਿਆਂ 'ਚ ਨਹੀਂ ਪੈਂਦੇ, ਗੁਰਦੁਆਰੇ ਵਿਆਹ ਕਰਕੇ ਉੱਥੇ ਕਰ ਦਿੰਦੇ ਸਾਰਾ। ਉਹਨਾਂ ਨੂੰ ਪਤਾ ਹੈ ਵੀ ਜਿਹੜਾ ਸ਼ਰਾਬੀ ਰਿਸ਼ਤੇਦਾਰ ਹੋਰ ਕਹਣਾ ਮੈਂ ਨਹੀਂ ਜਾਂਦਾ, ਉਹ ਗੁਰਦੁਆਰੇ ਕੁੱਟਣਗੇ ਬਾਬੇ, ਕਿਉਂਕਿ ਨਾ ਇਹੋ ਜਿਹਾ ਕੁਝ ਖਵਾਉਣਾ, ਨਾ ਕਿਸੇ ਨੇ ਪਿਲਾਉਣਾ, ਤੇ ਕਿੱਡਾ ਚੰਗਾ ਕਰਨਾ। ਹੁਣ ਉਹਨਾਂ ਸਮਿਆਂ ਵਿੱਚ ਬੇਦੀਆਂ ਦੀ ਵੰਸ਼ ਵਿੱਚ ਕਹਿੰਦੇ ਮਾੜਾ ਮੋਟਾ ਮਾਸ ਖਾਧਾ ਜਾਂਦਾ ਸੀ, ਖਾਂਦੇ ਸੀ, ਬ੍ਰਾਹਮਣ ਖਾਂਦੇ ਸੀ। ਇਸ ਕਰਕੇ ਕੋਈ ਮਾੜੀ ਗੱਲ ਨਹੀਂ ਹੈ, ਕਿਉਂਕਿ ਗੁਰੂ ਸਾਹਿਬ ਨੇ ਇਹ ਸਭ ਕੁਝ ਬੰਦ ਕਰਵਾਉਣਾ ਅੱਗੇ। ਕਹਿੰਦੇ ਚੱਲਦਾ ਸੀ, ਬ੍ਰਾਹਮਣਾਂ ਨੇ ਕਹਿ ਦੇਣਾ ਬਲੀ ਚਾਹੀਦੀ ਹੈ, ਫਲਾਣਾ ਕਾਰ ਜੜ ਗਿਆ, ਫਲਾਣੀ ਦੇਵੀ ਨਹੀਂ ਮੰਨਦੀ, ਬਲੀਆਂ ਆਮ ਦਿੰਦੇ ਸਨ। ਅਸ ਬੇਦੀ ਵਾਸੀ ਤਲਵੰਡੀ ਜਿਨ ਕੀ ਬੋ ਕੀਰਤ ਜਗ ਮੰਡੀ। ਪਰ ਬਾਕੀਆਂ ਦੇ ਨਾਲੋਂ ਕਹਿੰਦੇ ਬੇਦੀ ਵੰਸ਼ ਦੀ ਮਹਿਮਾ ਇਸ ਕਰਕੇ ਸੀ, ਇਹਨਾਂ ਦੇ ਪਿੰਡ ਵਿੱਚੋਂ ਨਗਰ ਵਿੱਚੋਂ ਕੋਈ ਭੁੱਖਾ ਪਿਆਸਾ ਨਹੀਂ ਸੀ ਜਾਂਦਾ। ਇਹ ਦਾਨੀ ਬਹੁਤ ਵੱਡੇ ਸੀ, ਬਹੁਤ ਵੱਡੇ ਦਾਨੀ, ਤੇ ਗਰੀਬ ਨਹੀਂ ਸੀ। ਗੁਰੂ ਨਾਨਕ ਸਾਹਿਬ ਜੀ ਦੇ ਪਿਤਾ ਜੀ ਪਟਵਾਰੀ ਸਨ। ਉਹਨਾਂ ਪਟਵਾਰੀ ਅੱਜ ਵੀ ਪੁੱਛ ਲਓ, ਅੱਜ ਦੇ ਜ਼ਮਾਨੇ 'ਚ ਕਿੰਨੀ ਤਨਖਾਹ ਲੈਂਦਾ? ਚਲੋ ਤਨਖਾਹ ਛੱਡੋ, ਵੱਡੀ ਕਿੰਨੀ ਲੈਂਦਾ ਹੈ, ਰਿਸ਼ਵਤ ਕਿੰਨੀ ਲੈਂਦਾ ਹੈ। ਤਹਿਸੀਲਦਾਰਾਂ ਦੇ ਨਾਲੋਂ ਵੱਧ ਲੁੱਟਦੇ ਆ ਪਟਵਾਰੀ। ਜਿਹੜੇ ਜ਼ਿਮੀਂਦਾਰ ਧੱਕੇ ਚੜ੍ਹਦੇ ਉਹਨਾਂ ਨੂੰ ਪਤਾ ਹੈ। ਪਰ ਹਾਂ ਇਹ ਨਾ ਵੇਖੋ ਫਲਾਣਾ 2 ਨੰਬਰ ਦੇ ਪੈਸੇ ਲੈਂਦਾ, ਅੰਤ ਵੇਖਿਓ ਕਿਹੋ ਜਿਹਾ ਹੋਊਗਾ, ਪਰਿਵਾਰ ਵੇਖਿਓ ਫਿਰ ਕਿਹੋ ਜਿਹਾ ਚੱਲੂਗਾ। ਜ਼ਹਿਰ ਬੀਜੋਗੇ ਜ਼ਹਿਰ ਵੱਢੋਗੇ। ਉਹਨਾਂ ਸਮਿਆਂ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਜਿਹੜਾ ਪਰਿਵਾਰ ਸੀ ਨਾ, ਬੜਾ ਭੋਲਾ ਭਾਲਾ ਸੀ, ਬਾਕੀਆਂ ਨਾਲੋਂ ਵੀ ਸ਼ਰੀਫ। ਕੋਈ ਚੁਸਤੀ ਨਹੀਂ, ਕੋਈ ਚਲਾਕੀ ਨਹੀਂ, ਕੋਈ ਬੇਈਮਾਨੀ ਨਹੀਂ, ਕੋਈ ਠੱਗੀ ਨਹੀਂ। ਸਤਿਗੁਰਾਂ ਦੇ ਪਿਤਾ ਜੀ ਤੇ ਮੁਫਤ ਜੀ ਲੋਕਾਂ ਦੇ ਕੰਮ ਕਰ ਦਿੰਦੇ ਸੀ। ਇਸੇ ਕਰਕੇ ਸਮੇਂ ਦਾ ਰਾਜਾ ਵੀ ਕਈ ਵਾਰ ਕਹਿੰਦਾ ਸੀ, ਕਲਿਆਣ ਚੰਦ ਇੰਨਾ ਸਿੱਧਾ ਨਾ ਹੋਇਆ ਕਰ, ਜਿੰਨਾ ਬੰਦਾ ਸਿੱਧਾ ਹੋਊ ਉਹਨਾਂ ਵੱਧ ਗੁੱਸਾ ਕਰ। ਕਪਟੀ ਬੰਦਾ ਗੁੱਸਾ ਨਹੀਂ ਕਰੂਗਾ, ਕੋਈ ਅੰਦਰੋਂ ਅੰਦਰ ਜ਼ਹਿਰ ਪੀ ਜਾਂਦਾ ਘੁੱਟ, ਤੇ ਜਿਹੜਾ ਸਿੱਧਾ ਜਿਹਾ ਹੋਊਗਾ ਨਾ ਉਹ ਲੜ ਪਊਗਾ ਸਾਹਮਣੇ। ਪਿਤਾ ਕਲਿਆਣ ਚੰਦ ਗੁਰੂ ਨਾਨਕ ਸਾਹਿਬ ਜੀ ਦੇ ਸਿੱਧੇ ਸੁਭਾਅ ਦੇ ਸਨ। ਇਸੇ ਕਰਕੇ ਸਤਿਗੁਰਾਂ ਨੂੰ ਵੀ ਫਿੱਟ ਨਹੀਂ ਸੀ ਬਹਿੰਦੇ, ਕਈ ਵਾਰ ਹੋ ਜਾਂਦਾ ਸੀ ਵਾਧਾ ਘਾਟਾ। ਕਹਿੰਦੇ ਪਰ ਇਹ ਦਾਨ ਪੁੰਨ ਕਰਕੇ ਪਰਿਵਾਰ ਮੰਨਿਆ ਹੋਇਆ ਸੀ, ਇਕੱਲੇ ਬ੍ਰਾਹਮਣਾਂ ਨੂੰ ਦਾਨ ਨਹੀਂ ਕਰਦੇ, ਪਿੰਡ 'ਚ ਕੋਈ ਵੀ ਆ ਜੇ ਸਭ ਨੂੰ ਦਾਨ ਦਿੰਦੇ ਹਨ। ਚਰੰਕਾਲ ਤੈ ਰਹਿਤ ਬਿਤਾਈ ਭਾਸ਼ਿ ਵਿਰਾਮ ਤਾਸ ਕੁਲ ਮਾਹੀ। ਕਹਿੰਦੇ ਇਸ ਕੁਲ ਬੇਦੀਆਂ ਦੀ ਜਿਹੜੀ ਵੰਸ਼ ਸੀ ਨਾ, ਇਹ ਬੜੇ ਲੰਮੇ ਸਮੇਂ ਤੋਂ ਇੱਥੇ ਵਸਦੀ ਸੀ। ਇਸ ਵੰਸ਼ ਵਿੱਚੋਂ ਇੱਕ ਬਜ਼ੁਰਗ ਹੋਏ ਜਿਨ੍ਹਾਂ ਦਾ ਨਾਮ ਸੀ ਸ਼ਿਵਰਾਮ। ਨੋਟ ਕਰੀ ਜਾਇਓ, ਸ਼ਿਵਰਾਮ। ਕਹਿੰਦੇ ਬੜੀ ਮਹਾਨ ਹਸਤੀ ਭਾਈ ਸ਼ਿਵਰਾਮ, ਬੰਦਗੀ ਵਾਲੇ, ਨਾਮ ਜਪਣ ਵਾਲੇ। ਭਾਵੇਂ ਉਹ ਰਾਮ ਰਾਮ ਕਰਦੇ, ਜਪਦੇ ਨਾਮ ਨੇ, ਕਿਉਂਕਿ ਮੈਂ ਫਿਰ ਬੇਨਤੀ ਕਰਾਂ ਵੀ ਉਦੋਂ ਸਿੱਖ ਪੰਥ ਦਾ ਆਗਾਜ਼ ਨਹੀਂ ਹੋਇਆ। ਬ੍ਰਾਹਮਣਾਂ ਦੀ ਰੀਤਾਂ ਅਨੁਸਾਰ ਇਹ ਲੋਕ ਭਗਤੀ ਕਰਦੇ ਸਨ। ਬ੍ਰਿਤ ਸ਼ਾਂਤ ਕੀ ਜਿਨ ਮਨ ਕੀਨੀ ਜੀਵਾਂ ਰਾਜ ਤਮ ਕੀ ਤਜ ਦੀਨੀ। ਹੁਣ ਕਈਆਂ ਨੇ ਇੱਥੇ ਸ਼ਿਵਰਾਮ ਲਿਖਿਆ ਤੇ ਕਈਆਂ ਲਿਖਿਆ ਸ਼ਿਵਦੱਤ, ਪਰ ਕਹਿੰਦੇ ਬਿਰਤੀ ਪੀਸਫੁਲ
ਸ਼ਾਂਤ, ਪਤਾ ਹੀ ਨਹੀਂ ਦੁਨੀਆ ਤੇ ਕੀ ਹੋ ਰਿਹਾ ਹੈ। ਕੌਣ ਨੇ ਜੀ ਸ਼ਿਵ ਰਾਮ? ਗੁਰੂ ਨਾਨਕ ਸਾਹਿਬ ਜੀ ਦੇ ਦਾਦਾ ਜੀ, ਉਹਨਾਂ ਦੀ ਬੰਸਾਵਲੀ ਸੁਣਾ ਰਹੇ ਨੇ ਭਾਈ ਬਾਲਾ ਜੀ। ਕਹਿੰਦੇ ਸ਼ਿਵ ਰਾਮ ਛੋਟਾ ਜਿਹਾ ਕੱਦ ਹੈ, ਤੇੜ ਚਾਦਰਾ ਲਾ ਕੇ ਰੱਖਦੇ ਆ ਕੁੜਤੇ ਦੇ ਨਾਲ, ਸਿਰ ਤੇ ਸਾਦਗੀ ਦਾ ਉਹਨਾਂ ਨੇ ਬੜਾ ਸਾਜਾ ਮਾਰਿਆ ਹੁੰਦਾ ਹੈ, ਬਹੁਤ ਛੋਟਾ ਜਿਹਾ ਕੱਦ, ਛੋਟਾ ਜਿਹਾ ਦਾੜਾ, ਪਰ ਪ੍ਰੇਮ ਵਾਲੇ, ਨਿਮਰਤਾ ਵਾਲੇ, ਸਾਰੀ ਜ਼ਿੰਦਗੀ 'ਚ ਕਿਸੇ ਨੂੰ ਕਦੇ ਮਾੜਾ ਬੋਲ ਨਹੀਂ ਸੀ ਬੋਲਿਆ, ਕਿਸੇ ਦਾ ਕਦੇ ਦਿਲ ਨਹੀਂ ਦੁਖਾਇਆ। ਹੋਏ ਅਹਿੰਸ ਅਜੁੱਧ ਕਰ ਛੋਰੇ, ਸ਼੍ਰੀ ਪਤ ਕੀ ਪਦ ਪਦਮ ਨੇ ਹੋਰੇ। ਰੱਬ ਸਬੱਬੀ ਸ਼ਿਵ ਰਾਮ ਜੀ ਨੇ ਆਪਣੇ ਘਰ ਪਰਿਵਾਰ 'ਚ ਇੱਕ ਹੁਕਮ ਕਰਤਾ, ਕਹਿੰਦੇ ਜਦੋਂ ਅਸੀਂ ਯੁੱਧ ਲੜਨੇ ਬੰਦ ਕਰਤੇ ਤੇ ਫਿਰ ਮਾਸ ਖਾਣਾ ਤੇ ਵੱਢਣਾ ਸਾਡੇ ਪਰਿਵਾਰ ਦਾ ਹਿੱਸਾ ਨਹੀਂ ਹੋ ਸਕਦਾ। ਇਹ ਛਤਰੀਆਂ ਦੇ ਕਰਮ ਨੇ, ਜਿਹਨੇ ਯੁੱਧ ਕਰਨਾ ਜੀ, ਜੇ ਰੋਟੀ ਨਹੀਂ ਮਿਲੀ, ਭੋਜਨ ਨਹੀਂ ਮਿਲਿਆ, ਜੋ ਮਿਲਿਆ ਉਹਨੇ ਖਾ ਲੈਣਾ। ਅੱਗੇ ਇਹ ਲੌਜਿਕ ਸੀ ਸਤਿਯੁਗ ਦੁਆਪਰ ਦੇ ਵਿੱਚ ਵੀ ਮਾਸ ਤਾਂ ਖਾਧਾ ਜਾਂਦਾ ਸੀ, ਚਾਹੇ ਉਹ ਬੰਦਿਆਂ ਦਾ ਹੋਵੇ ਚਾਹੇ ਪਸ਼ੂਆਂ ਦਾ ਹੋਵੇ, ਤੇ ਢਿੱਡ ਭਰਨਾ ਸੀ ਯੋਧਿਆਂ ਨੇ। ਸ਼ਿਵ ਰਾਮ ਕਹਿੰਦੇ ਮੈਨੂੰ ਚੰਗਾ ਨਹੀਂ ਲੱਗਦਾ ਜਦ ਕਿਸੇ ਪਸ਼ੂ ਦਾ ਖੂਨ ਡੁੱਲਦਾ ਏ, ਉਹਦੀ ਜਾਨ ਨਿਕਲਦੀ। ਜਦੋਂ ਅਸੀਂ ਜੰਗ ਕਰਨੇ ਬੰਦ ਕਰਤੇ, ਅਸੀਂ ਨਹੀਂ ਲੜਦੇ ਵੇਦੀ ਵੰਸੁਣ, ਯੁੱਧ ਨਹੀਂ ਕਰਦੇ, ਤੇ ਫਿਰ ਜੀਵ ਹੱਤਿਆ ਕਿਉਂ ਕਰੀਏ? ਬ੍ਰਾਹਮਣਾਂ ਨਾਲ ਗੱਲ ਕੀਤੀ, ਕਹਿੰਦੇ ਠੀਕ ਹੈ ਜੀ। ਕਹਿੰਦੇ ਫਿਰ ਜੇ ਬਲੀ ਆਇਆ ਕਰੂ, ਕਹਿੰਦੇ ਫਿਰ ਨਾਰੀਅਲ ਦੀ ਦੇ ਦਿਆ ਕਰਿਓ। ਅੱਜ ਵੀ ਤੁਸੀਂ ਵੇਖਿਆ ਹੋਣਾ ਬੜੀਆਂ ਥਾਵਾਂ ਤੇ ਨਾਰੀਅਲ ਦੀ ਬਲੀ ਚੜ੍ਹ ਰਹੀ ਹੈ। ਇਹ ਉਹ ਸਿਆਣੇ ਲੋਕ ਨੇ, ਇੱਕ ਆਪਸ਼ਨ ਹੈ ਜਿਹੜਾ ਬੱਕਰਾ ਉੱਲੂ ਨਹੀਂ ਦੇ ਸਕਦਾ, ਮੁਰਗਾ ਨਹੀਂ ਦੇ ਸਕਦਾ, ਅਗਲਾ ਕਹਿੰਦਾ ਨਾਰੀਅਲ ਲੈ ਲਈ ਯਾਰ, ਬਲੀ ਦੇ ਦੇ। ਉਹ ਭੰਨਿਆ ਜਾਂਦਾ। ਕਦੇ ਨਿਹੰਗ ਸਿੰਘਾਂ ਨੂੰ ਵੇਖਿਆ ਚੜ੍ਹਦੀ ਕਲਾ ਵਾਲੇ ਜਿਹੜੇ ਬਲੀਆਂ ਨਹੀਂ ਲੈਂਦੇ, ਉਹ ਨਾਰੀਅਲ ਭੰਨ ਦਿੰਦੇ ਆ, ਕਹਿੰਦੇ ਚੱਲ ਕੋਈ ਨਹੀਂ ਤੂੰ ਖੁਸ਼ ਰਹਿ, ਨਾਰੀਅਲ ਦੀ ਬਲੀ ਚੜ੍ਹ ਗਈ, ਚਲੋ ਇੱਕ ਮਨ ਮੁਟਾਵ ਜਾਈਏ, ਸ਼ੁਕਰ ਮਿਲਿਆ। ਕਹਿੰਦੇ ਸ਼ਿਵ ਰਾਮ ਜੀ ਨੇ ਪਹਿਲਾਂ ਇਹ ਆਪਣੇ ਇਲਾਕੇ 'ਚ ਰੀਤ ਸ਼ੁਰੂ ਕੀਤੀ, ਕਹਿੰਦੇ ਨਾ ਬੱਕਰਾ ਵਢਾਉਣਾ, ਨਾ ਮਾਸ ਖਵਾਉਣਾ, ਜੋ ਮਰਜ਼ੀ ਹੋ ਜੇ। ਕਹਿੰਦੇ ਹੁਣ ਅਸੀਂ ਜੰਗ ਹੀ ਨਹੀਂ ਲੜਦੇ, ਘਰਾਂ 'ਚ ਰਹਿੰਦੇ ਆ, ਕਿਰਤ ਕਰਦੇ ਆ, ਰੀਤ ਬੰਦ ਕਰ ਦਿੱਤੀ। ਇੰਨੇ ਸ਼ਾਂਤ ਸੁਭਾਅ ਦੇ ਆ, ਕਹਿੰਦੇ ਕਦੇ ਕੋਈ ਲਾਂਭਾ ਨਹੀਂ ਆਇਆ, ਚੰਗਾ ਮਾੜਾ ਨਹੀਂ ਕਿਹਾ। ਕਰਦੇ ਕੀ ਸੀ? ਖੇਤੀ ਕਰਦੇ ਸੀ। ਸ਼ਿਵ ਰਾਮ ਖੇਤੀ ਕਰਨ ਵਾਲੇ ਨੇ, ਸਭ ਨਾਲ ਪ੍ਰੇਮ ਪਿਆਰ ਰੱਖਦੇ ਨੇ। ਇਹ ਬਨਾਰਸੀ ਨਾਮ ਸੋਤੀਆ, ਪ੍ਰਤ ਬ੍ਰਤ ਧਰਮ ਜਾਸ ਡਡਕੀਆ। ਹੁਣ ਸ਼ਿਵ ਰਾਮ ਦੀ ਜਵਾਨੀ ਪਹਿਰੇ ਜਦੋਂ ਆਏ ਨਾ, ਉਹਨਾਂ ਦਾ ਵਿਆਹ ਹੋਇਆ, ਉਸ ਬੀਬੀ ਦਾ ਨਾਮ ਭਾਗਾਂ ਵਾਲੀ ਦਾ ਨਾਮ ਸੀ ਬੀਬੀ ਬਨਾਰਸੀ। ਗੁਰੂ ਨਾਨਕ ਸਾਹਿਬ ਜੀ ਦੇ ਕੀ ਨੇ ਜੀ? ਦਾਦੀ ਜੀ। ਸ਼ਿਵ ਰਾਮ ਸ਼ਿਵਦੱਤ, ਦਾਦੀ ਬਨਾਰਸੀ। ਕਹਿੰਦੇ ਦੋਨੋਂ ਪਤੀ ਪਤਨੀ ਬੜੀ ਚੜ੍ਹਦੀ ਕਲਾ ਵਾਲੇ ਨੇ, ਇਸ ਵਕਤ ਤੇ ਅੰਮ੍ਰਿਤ ਵੇਲੇ ਉੱਠਦੇ ਆ, ਕਿਸੇ ਕਰਮ ਕਾਂਡ ਪਖੰਡ 'ਚ ਨਹੀਂ ਰਹਿੰਦੇ, ਬੜੇ ਖੁੱਲੇ ਦੇ ਲਾਲੇ ਸੀ। ਜੋ ਵੀ ਇਹਨਾਂ ਦੇ ਘਰ ਹੁੰਦਾ ਸੀ ਨਾ, ਲੈ ਲਓ ਰੋਟੀ ਪਕਾ ਰਹੇ ਆ, ਪੁਰਾਣੇ ਸਮੇਂ ਹੁੰਦਾ ਸੀ, ਆਂਢੀ ਗੁਆਂਢੀ ਆ ਜੇ, ਤਾਈ ਰੋਟੀ ਖਾਣੀ, ਕਹਿੰਦੇ ਖਾ ਲਾ ਪੁੱਤ, ਆਪ ਹੀ ਪੁੱਛ ਲੈਣਾ। ਤੇ ਅੱਜ ਕੱਲ੍ਹ ਜੇ ਕੋਈ ਫੋਨ ਵੀ ਕਰਦਾ ਹੈ, ਪਹਿਲੇ ਕਹਿ ਦਿੰਦੇ ਆ ਬਈ ਸਵੇਰੇ ਰੋਟੀ ਦੇ ਟਾਈਮ ਤੇ ਨਾ ਹੀ 11 ਵਜੇ ਮਿਲਦੇ ਆ, ਵੇਖੀ ਕਿਤੇ ਚੰਦਰਾ ਝੁਲਸਣ ਨਾ ਬਹਿ ਜੇ, ਆਖੋ ਸਤਨਾਮ, ਖਾਣੀ ਨਾ ਬਹਿ ਜੇ। ਬੜਾ ਕਲਪਦੇ ਆ, ਬੜਾ ਡਰਦੇ ਆ ਅਸੀਂ, ਸਾਨੂੰ ਤੇ ਚਾਹ ਬਣਾਉਣੀ ਵੀ ਔਖੀ, ਗੇਟ ਤੇ ਹੀ ਮੋੜ ਦਿੰਦਾ ਹੈ। ਅੱਜ ਤੇ ਇੰਨਾ ਕਲਯੁਗ ਦਾ ਵਰਤਾਰਾ ਸਾਡੇ ਜੀਵਨ 'ਚ ਹੈ। ਕਹਿੰਦੇ ਉਸ ਵੇਲੇ ਸ਼ਿਵ ਰਾਮ ਏਡੇ ਭਗਤ ਸਨ, ਖਾਂਦੀ ਰੋਟੀ ਛੱਡ ਦਿੰਦੇ ਸੀ, ਕੋਈ ਆ ਜਾਂਦਾ ਸੀ ਕਹਿੰਦੇ ਲੈ ਭਾਈ ਖਾ ਲਾ, ਇੰਨਾ ਪਿਆਰ ਕਰਦੇ। ਪਰ ਇਹਨਾਂ ਦੇ ਘਰੇ ਕੋਈ ਔਲਾਦ ਨਹੀਂ ਸੀ, ਪਤੀ ਪਤਨੀ ਜਵਾਨੀ ਪੈ, ਸਾਧੂਆਂ ਦੀ ਸੇਵਾ ਕਰਨੀ। ਕਿਸੇ ਸਾਧੂ ਨੇ ਗਲੀ 'ਚ ਮੰਗਣ ਆਉਣਾ, ਇਹਨਾਂ ਨੇ ਅੰਦਰ ਬਿਠਾ ਲੈਣਾ, ਭੋਜਨ ਛਕ ਕੇ ਜਾਏ, ਆ ਲੈ ਜੀ ਨਾ। ਤੇ ਬੜੇ ਲੋਕ ਸੀ ਸਾਧੂਆਂ ਨੂੰ ਟੱਕਰ ਦਿੰਦੇ ਸੀ, ਤੋੜ ਦਿੰਦੇ ਸੀ, ਕਹਿੰਦੇ ਬਾਬਾ ਇੱਥੇ ਨਾ ਪੜੀ ਦੁਬਾਰਾ, ਆਪਣਾ ਆਪਣਾ ਹੁੰਦਾ ਸਭ, ਵਿਅਕਤੀ ਆਪਣੀ ਹੈ। ਜਿਹਦੀ ਬੁੱਧੀ ਰਾਖਸ਼ ਹੈ, ਚਾਹੇ ਕੋਈ ਪਖੰਡ ਕਰਕੇ ਤੁਹਾਡੇ ਘਰੇ ਆਇਆ, ਜੋ ਮਰਜ਼ੀ ਕਰਕੇ ਆਇਆ, ਮੰਗਣ ਤੇ ਆਇਆ, ਮੰਗਣ ਤੇ ਆ ਗਿਆ ਨਾ, ਲੈ ਤੂੰ ਮੰਗ ਕੇ ਵਿਖਾ ਕਿਸੇ ਨੂੰ, ਆਪਾਂ ਆਪਣੇ ਉਧਾਰੇ ਪੈਸੇ ਦਿੱਤੇ ਨਹੀਂ ਮੰਗ ਸਕਦੇ ਸ਼ਰਮ ਦੇ ਮਾਰੇ। ਉਹ ਅਗਲਾ ਤੁਹਾਡੇ ਘਰ ਮੰਗਣ ਆਇਆ, ਚਾਹੇ ਭੇਖ ਪਾ ਧਾਰ ਕੇ ਆਇਆ, ਜੋ ਮਰਜ਼ੀ ਹੈ, ਰੋਟੀ ਦੇ ਦਿਓ, ਭੋਜਨ ਦੇ ਦਿਓ। ਕਿਉਂਕਿ ਅਮੀਰ ਹੋਵੇ ਗਰੀਬ ਹੋਵੇ, ਮੰਗਤਾ ਹੋਵੇ ਦਾਨੀ ਹੋਵੇ ਪੁੰਨੀ ਹੋਵੇ, ਭੁੱਖ ਸਭ ਦਾ ਧਰਮ ਹੈ, ਸਭ ਨੂੰ ਲੱਗਦੀ ਹੈ। ਕਹਿੰਦੇ ਸ਼ਿਵਦੱਤ ਨੂੰ, ਸ਼ਿਵ ਰਾਮ ਨੂੰ ਬੜਿਆਂ ਨੇ ਕਹਿਣਾ, ਸਾਧੂਆਂ ਨੂੰ ਨਾ ਮੂੰਹ ਲਾਇਆ। ਉਹ ਕਹਿੰਦਾ ਫਿਰ ਕੀ ਹੋਇਆ, ਘਰ-ਬਾਰ ਛੱਡੀ ਫਿਰਦੇ ਆ, ਆਸ ਕਰਕੇ ਹੀ ਆਉਂਦੇ ਆ ਨਾ। ਜਿਹਦੇ ਘਰੇ ਦਾਣੇ ਨੇ, ਜਿਹਦੇ ਘਰੋਂ ਕੁਝ ਖਾਣ ਨੂੰ ਮਿਲੂਗਾ, ਲੋੜਵੰਦ ਉੱਧਰ ਹੀ ਜਾਊ। ਕੰਜੂਸਾਂ ਦੇ ਘਰੇ ਜਾਂਦਾ ਕੋਈ ਨਹੀਂ। ਜਿਹੜਾ ਬੰਦਾ ਸੂਮ ਹੈ, ਪਤਾ ਹੈ ਵੀ ਉਹ ਸਾਰਾ ਦਿਨ ਸਾਡੇ ਨਾਲ ਘੁੰਮ ਕੇ ਉਹਨੇ ਪਾਣੀ ਦੀ ਬੋਤਲ ਵੀ ਨਹੀਂ ਬਣਾਉਣੀ, ਚਾਹ ਵੀ ਨਹੀਂ ਪਿਲਾ ਸਕਦਾ,
ਤੇ ਬੰਦਾ ਕਹਿੰਦਾ ਚਲੋ ਘਰੋਂ ਰੋਟੀ ਖਾ ਕੇ ਜਾਂਦੇ ਆ, ਉੱਥੇ ਕਿਹੜੇ ਤੇ ਪੁੱਛਣਾ ਕੀ ਇੱਜ਼ਤ ਆ ਫਿਰ ਬੰਦੇ ਦੀ, ਹੈ ਕੋਈ ਸਨਮਾਨ? ਤੇ ਜਿਹਦਾ ਦਿਲ ਐਡਾ ਵੱਡਾ ਹੈ, ਉਹ ਪੈਸੇ ਦਵੇ ਨਾ ਦਵੇ, ਹਰ ਇੱਕ ਨੂੰ ਰੋਟੀ, ਹਰ ਇੱਕ ਨੂੰ ਪਾਣੀ, ਪਿੱਠ ਪਿੱਛੋਂ ਇੱਜ਼ਤ ਹੁੰਦੀ ਬੰਦੇ ਦੀ। ਲੋਕੀ ਕਹਿੰਦੇ ਵੀ ਦੇਖੋ ਇਹੋ ਜਿਹਾ ਬੰਦਾ ਹੈ ਵੀ ਰੱਜੇ ਨੂੰ ਵੀ ਰਜਾ ਕੇ ਤੋੜ ਦਿਆ, ਸਨਮਾਨ ਹੈ ਨਾ? ਫਿਰ ਇਹਨੂੰ ਕਹਿੰਦੇ ਇੱਜ਼ਤ ਵੇਚਦੀ। ਸ਼ਿਵਰਾਮ ਦਾ ਇੰਨਾ ਮਾਣ ਸਤਿਕਾਰ ਹੈ, ਕਹਿੰਦੇ ਪਿੰਡ 'ਚ ਕੋਈ ਆ ਕੇ ਲੋਕਾਂ ਨੂੰ ਪਤਾ ਵੀ ਉੱਧਰ ਰੋਟੀ ਮਿਲ ਜਾਣੀ ਹੈ, ਤੇ ਦਾਨੀ ਬੜੇ ਸੀ। ਇਹ ਤੇ ਗੁਰੂ ਘਰ ਨੇ ਵੀ ਕਿਹਾ, ਮਰਦ ਨੇ ਵੀ ਕਿਉਂ ਲਿਖਿਆ? ਕਿਉਂਕਿ ਉਹਨਾਂ ਦੇ ਪਰਿਵਾਰ 'ਚ ਚੱਲਿਆ ਆਇਆ ਸੀ ਅੰਸ਼ ਦੇ ਵਿੱਚ ਭੁੱਖੇ ਨੂੰ ਭੋਜਨ ਛਕਾਉਣਾ। ਇਹੀ ਗੁਣ ਗੁਰੂ ਨਾਨਕ ਸਾਹਿਬ ਜੀ ਨੇ ਫਿਰ ਪ੍ਰਗਟ ਕੀਤੇ ਸਾਰਿਆਂ ਦੇ ਵਿੱਚ। ਦਾਦਾ ਦੀ ਵਿੱਚ ਗੁਣ ਸੀ ਉਹਨਾਂ ਦੇ। ਜਦ ਵੀ ਕਿਸੇ ਨੇ ਆਉਣਾ, ਕੋਈ ਸਾਧੂ ਹੈ, ਕੋਈ ਪਖੰਡੀ ਹੈ, ਸਰੇਵੜਾ ਹੈ, ਜੰਗਮ ਹੈ, ਰੋਟੀ ਬਿਨਾ ਕਿਸੇ ਨੂੰ ਜਾਣ ਨਹੀਂ ਦਿੰਦੇ। ਤਿੰਨ ਤੇ ਸੁਤ ਜੁਗ ਭੇਸ ਚਾਲੋ, ਵਰਡ ਕਾਲੋ ਛੋਟੇ ਸ਼ੁਭ ਲਾਲੋ। ਕਹਿੰਦੇ ਐਸੀ ਪਰਮਾਤਮਾ ਦੀ ਕਿਰਪਾ ਹੋਈ, ਸਾਧੂ ਮਹਾਂਪੁਰਖਾਂ ਨੇ ਆਉਣਾ, ਭੋਜਨ ਛਕ ਕੇ ਵਰਦੇ ਜਾਣੇ ਜੀ। ਬਚਨ ਕਹਿ ਜਿਹੜੇ ਖੁਸ਼ੀ ਦੇ ਬੋਲ ਨੇ ਨਾ ਜਿਹੜੇ, ਉਹ ਭਾਵੇਂ ਇੱਕ ਪਖੰਡੀ ਵੀ ਕਹਿ ਦਿਓ ਵੀ ਪੂਰੇ ਹੋ ਜਾਣੇ ਆ, ਕਿਉਂਕਿ ਆਂਦਰਾਂ ਖੁਸ਼ ਨੇ, ਭੋਜਨ ਛਕਿਆ ਹੋਇਆ। ਉਹ ਕਹਿੰਦਾ ਜਾ ਰੱਬ ਤੈਨੂੰ ਬਹੁਤਾ ਦੇਵੇ। ਇੱਕ ਸਮਾਂ ਐਸਾ ਆਇਆ, ਕਹਿੰਦੇ ਕਦੇ ਘਰ ਪੁੱਤਰ ਨਹੀਂ ਸੀ ਹੁੰਦਾ, ਰੱਬ ਦੀ ਕਿਰਪਾ ਦੇ ਨਾਲ ਘਰ ਵਿੱਚ 2 ਪੁੱਤਰਾਂ ਦਾ ਜਨਮ ਹੋਇਆ। ਪਹਿਲਾ ਪੁੱਤ ਵੱਡਾ ਸੀ ਜਿਹਦਾ ਨਾਂ ਰੱਖਿਆ ਕਾਲੂ, ਤੇ ਦੂਜੇ ਦਾ ਨਾਂ ਰੱਖਿਆ ਲਾਲੂ। ਹੁਣ ਅਸਲ ਨਾਮ ਵੱਡੇ ਕੀ ਨੇ? ਕਲਿਆਣ ਚੰਦ ਜੀ ਤੇ ਲਾਲ ਚੰਦ ਜੀ। ਕਹਿੰਦੇ ਦੋਨੇ ਪੁੱਤਰ ਸਿੱਧੇ ਸੁਭਾਅ ਦੇ ਆ। ਵੱਡਿਆਂ ਦਾ ਸੁਭਾਅ ਥੋੜਾ ਜ਼ਿਆਦਾ ਸਿੱਧਾ ਏ, ਲਾਲ ਚੰਦ ਥੋੜਾ ਚੁੱਪ ਰਹਿੰਦੇ ਸੀ, ਤੇ ਕਾਲੂ ਜੀ ਕਲਿਆਣ ਚੰਦ ਥੋੜੇ ਭੜਕ ਵਾਲੇ ਸੁਭਾਅ ਦੇ ਸੀ। ਬਚਪਨ ਤੋਂ ਹੀ ਮਾੜੀ ਜਿਹੀ ਗੱਲ ਪਿੱਛੇ ਲੜ ਪੈਂਦੇ ਸੀ, ਬਸ ਲੋਹੇ ਲਾਖੀ ਹੋ ਜਾਣਾ, ਅੰਦਰ ਕੁਛ ਨਹੀਂ। ਜਿਹੜਾ ਬੰਦਾ ਬਹੁਤਾ ਲੜਦਾ ਭਿੜਦਾ ਨਾ, ਅੰਦਰ ਬੇਈਮਾਨਾ ਨਹੀਂ ਹੁੰਦਾ, ਜਿਹਦੇ ਅੰਦਰ ਪਾਪ ਹੁੰਦਾ ਹੈ, ਉਹ ਚੁੱਪ ਕਰਕੇ ਹਾਂਜੀ ਹਾਂਜੀ ਕਰਦਾ ਰਹਿੰਦਾ, ਫਿਰ ਉਹ ਫੜਦਾ ਬੜਾ ਔਖਾ, ਨੁਕਸਾਨ ਕਰਦਾ। ਸ਼ਿਵਰਾਮ ਨੇ ਕਦੇ ਨਹੀਂ ਵੇਖਿਆ ਮੇਰੇ ਪੁੱਤਰ ਦਾ ਸੁਭਾਅ ਕਿਹੋ ਜਿਹਾ। ਕਹਿੰਦੇ ਬੜਾ ਲੜ ਲੜਾਇਆ, ਨੌਜਵਾਨ ਹੋਏ। ਦੋਨੇ ਪੁੱਤਰਾਂ ਨੂੰ ਚੰਗੀਆਂ ਪੜ੍ਹਾਈਆਂ ਕਰਾਈਆਂ, ਉਹਨਾਂ ਸਮੇਂ ਦੀਆਂ ਮੁਨੀਮਾਂ ਦੀਆਂ ਪੜ੍ਹਾਈਆਂ ਕਰਾਉਂਦੇ ਸੀ, ਪੜ੍ਹਾਇਆ ਉਹਨਾਂ ਨੇ, ਤੇ ਪੁੱਤਰਾਂ ਨੂੰ ਖੇਤੀ ਵਿੱਚ ਵੀ ਲਾਇਆ, ਚੰਗੇ ਕੰਮਾਂ ਵਿੱਚ ਲਾ ਕੇ ਰੱਖਿਆ ਏ। ਗੁਣ ਭਾਗੇ ਜੋ ਹੈ ਸ਼ੁਭ ਕਰਮੀ, ਭਗਤ ਪਿਆਣ ਨਿਹਚਲ ਧਰਮੀ। ਹੁਣ ਦੋਨੇ ਪੁੱਤਰ ਧਰਮੀ ਨੇ, ਭਗਤੀ ਵਾਲੇ ਨੇ, ਅਵਸਥਾ ਵਾਲੇ ਨੇ। ਕਹਿੰਦੇ ਬੜੀ ਪਰਮਾਤਮਾ ਦੀ ਕਿਰਪਾ ਹੈ। ਸਾਦੇ ਸੁਭਾਅ ਦੇ ਸੀ, ਕਿਸੇ ਨੂੰ ਭੁੱਖਾ ਪਿਆਸਾ ਨੰਗਾ ਨਹੀਂ ਸੀ ਵੇਖ ਸਕਦੇ। ਧਰਮ ਕੋਈ ਮਾੜਾ ਨਹੀਂ ਹੁੰਦਾ, ਹਰ ਧਰਮ ਕਹਿੰਦਾ ਦਇਆ ਕਰਿਆ ਕਰੋ ਭਾਈ, ਤਰਸ ਕਰਿਆ ਕਰੋ। ਕਲਿਆਣ ਚੰਦ ਜੀ ਤੇ ਲਾਲ ਚੰਦ ਹੌਲੀ ਹੌਲੀ ਵੱਡੇ ਹੋਏ। ਲਾਲ ਚੰਦ ਛੋਟੇ ਆ, ਕਲਿਆਣ ਚੰਦ ਵੱਡੇ ਆ। ਕਹਿੰਦੇ ਜਵਾਨੀ ਦੇ ਪੈਰ ਧਰਿਆ, ਪਿੰਡ ਵਿੱਚ ਵਾਹਵਾ ਮਾਣ ਹੁੰਦਾ ਹੈ, ਸਨਮਾਨ ਹੁੰਦਾ ਹੈ। ਹਰ ਦੁੱਖ ਦੇ ਵਿੱਚ, ਹਰ ਤਕਲੀਫ ਦੇ ਵਿੱਚ ਸਭ ਤੋਂ ਅੱਗੇ ਖੜਦੇ ਹਨ। ਜਪ ਤਪ ਬ੍ਰਤ ਨੇਮ ਸਮਦਾਏ, ਕਰਤ ਬਹੁਤ ਜੇ ਜਨਮ ਬਿਤਾਏ। ਦੋਨੇ ਭਰਾਵਾਂ ਨੇ ਕਹਿੰਦੇ ਬੜਾ ਜਪ ਤਪ ਵਰਤ ਤੇ ਨੇਮ ਨਿਯਮ ਲਾਗੂ ਕੀਤੇ। ਭਾਵੇਂ ਉਹ ਸਨਾਤਨ ਮਤ ਦੇ ਸੀ, ਹਿੰਦੂ ਧਰਮ ਦੇ ਸੀ, ਕਹਿੰਦੇ ਜਪੀ ਸਨ, ਤਪੱਸਿਆ ਕਰਦੇ ਸੀ। ਕਲਿਆਣ ਚੰਦ ਤੇ ਲਾਲ ਚੰਦ ਵਰਤ ਕਰਦੇ ਸੀ। ਹਿੰਦੂ ਵੀਰਾਂ ਵਿੱਚ ਅੱਜ ਵੀ ਇਹ ਕੁਆਲਿਟੀ ਆ, ਉਹਨਾਂ ਦੇ ਛੋਟੇ ਛੋਟੇ ਬੱਚੇ ਵੀ ਹਨੂਮਾਨ ਚਾਲੀਸਾ ਯਾਦ ਕਰੀ ਫਿਰਦੇ ਆ। 5 ਸਾਲ 2 ਸਾਲ ਦੀ ਉਮਰ 'ਚ ਹੀ ਮੁੰਡਨ ਕਰ ਦਿੰਦੇ ਆ। ਤੇ ਸਾਡੇ ਵਾਲਾ ਜੇ ਕੋਈ ਕਹਿੰਦੇ ਇਹਨਾਂ ਨੂੰ ਅੰਮ੍ਰਿਤ ਛਕਾ ਦੋ, ਗੁਰੂ ਨਾ ਜੀ ਕਿੱਥੇ ਸੰਭਾਲ ਸਕਦਾ, ਉਹ ਤਾਂ ਜੂੜੇ ਦਾ ਭਾਰ ਲੱਗਦਾ। ਹੌਲੀ ਹੌਲੀ ਜਦੋਂ 18 ਤੋਂ ਬਾਹਰ ਹੋ ਗਿਆ ਨਾ, ਫਿਰ ਉਹ ਬੱਸੋਂ ਬਾਹਰ ਵੀ ਹੁੰਦਾ, ਫਿਰ ਰੋਂਦੇ ਫਿਰਦੇ ਕਹਿੰਦੇ ਹੁਣ ਵੱਡਾ ਕਾਕਾ ਸ਼ਰਾਬ ਪੀਂਦਾ, ਛੋਟਾ ਕਹਿੰਦੇ ਘਰ ਹੀ ਨਹੀਂ ਵੜਦਾ, ਕੀ ਕਰੀਏ। ਨਾ ਬੁੜਾ ਹੋ ਗਿਆ, ਅੰਮ੍ਰਿਤ ਛਕਾਇਆ। ਹੁਣ ਸਾਡੇ ਨਾਲੋਂ ਉਹ ਲੋਕ ਚੰਗੇ ਨੇ। ਮੁਸਲਮਾਨ ਕਦੇ ਨਹੀਂ ਕਹਿੰਦੇ ਵੱਡਾ ਹੋਊਗਾ ਸੁਨਤ ਕਰਾਂਗਾ, ਉਹਨੂੰ ਵੀ ਪਤਾ ਹੈ ਵੀ ਜਿੱਦਣ ਵੱਡਾ ਹੋ ਗਿਆ ਉਹ ਉਡਾਰੀਆਂ ਮਾਰੂ, ਇਹਨੇ ਧਰਮ ਨੂੰ ਤੇ ਖੇਡ ਸਮਝਣਾ। ਹਿੰਦੂ ਵੀਰ ਇਸ ਗੱਲ ਵਿੱਚ ਸਿਆਣੇ ਨੇ, ਉਹ ਆਪਣੇ ਬੱਚਿਆਂ ਨੂੰ ਬਚਪਨ ਦੇ ਵਿੱਚ ਹੀ ਮੁੰਡਨ ਕਰਾ ਦਿੰਦੇ ਆ, ਉਹਨੂੰ ਜਚਾ ਦਿੰਦੇ ਆ ਵੀ ਤੂੰ ਕੱਟੜ ਹਿੰਦੂ ਹੈ, ਪੱਕਾ ਹਿੰਦੂ ਹੈ। ਜਦੋਂ ਦੇ ਦਿਲ 'ਚ ਇਹ ਗੱਲ ਕਰ ਗਈ ਨਾ, ਉਹ ਰਾਮ ਜੀ ਦਾ ਬੜਾ ਸਤਿਕਾਰ ਕਰਦਾ, ਕ੍ਰਿਸ਼ਨ ਦਾ ਬੜਾ। ਤੇ ਸਾਡੇ ਵਾਲਾ ਲਾਣਾ ਉਹ ਕਹਿੰਦੇ ਬਾਬਾ ਨਾਨਕ ਨਹੀਂ ਹੋਇਆ, ਭਾਈ ਬਾਲਾ ਨਹੀਂ ਹੋਇਆ। ਕੌਣ ਗੱਲਾਂ ਕਰਦੇ? ਕੋਈ ਹਿੰਦੂ ਕਹਿੰਦਾ ਸਾਨੂੰ ਮੁਸਲਮਾਨ ਕਹਿੰਦਾ ਨਹੀਂ। ਆ ਸਾਡੇ ਵਾਲੇ ਕਲੱਛਣੇ ਕਹਿੰਦੇ ਆ ਜਿਹੜੇ ਇਹੋ ਜਿਹੀ ਚੀਜ਼ਾਂ ਨਹੀਂ ਕਰਦੇ, ਜਿਨ੍ਹਾਂ ਦੀ ਪਰਵਰਿਸ਼ ਐਸੀ ਹੈ। ਕਿਉਂਕਿ ਮਾਂ-ਬਾਪ ਨੇ ਕਦੇ ਧਰਮ ਸਿਖਾਇਆ ਹੀ ਨਹੀਂ। ਸਾਡੇ ਬੱਚਿਆਂ ਨੂੰ 4 ਸਾਹਿਬਜ਼ਾਦੇ 5 ਪਿਆਰੇ 10 ਗੁਰੂਆਂ ਦੇ ਨਾਂ ਨਹੀਂ ਹੁੰਦੇ, ਜਪਜੀ ਸਾਹਿਬ ਕੰਠ ਨਹੀਂ। ਇਹ ਤੁਖਾਂਤ ਹੈ ਸਾਡੀ ਕੌਮ ਦਾ। ਤੇ ਸਨਾਤਨ ਵੀਰਾਂ ਦੇ ਬੱਚਿਆਂ ਨੂੰ ਜਾ ਕੇ ਵੇਖੋ ਮੁੰਡਨ ਕੀਤੇ ਹੋਏ ਆ, ਬੋਦੀਆਂ ਰੱਖੀਆਂ ਸਿਰਾਂ ਤੇ। ਉਹਨਾਂ ਨੂੰ ਪਤਾ ਹੈ ਸਾਡਾ ਧਰਮ ਕੀ ਹੈ।
ਧਰਮ ਬਿਨਾਂ ਅਸੀਂ ਮਰ ਜਾਵਾਂਗੇ ਤੇ ਸਾਡੇ ਵਾਲੇ ਕਹਿੰਦੇ ਧਰਮੀਆਂ ਨੂੰ ਅਸੀਂ ਮਾਰ ਦਿਆਂਗੇ। ਸਤਿਨਾਮ। ਰਹਿਣ ਹੀ ਨਹੀਂ ਦੇਣਾ ਅਸੀਂ। ਕੋਈ ਗੁਰਸਿੱਖ ਰਹਿ ਨਾ ਜਾਵੇ, ਜੇ ਕੋਈ ਹੋਇਆ ਵੀ ਤੇ ਉਹਨੂੰ ਇਹੋ ਜਿਹੇ ਲੱਛਣਾਂ 'ਚ ਪਾ ਦੇਣਾ ਵੀ ਅਗਲਾ ਪਿੱਛੇ ਹਟ ਜਾਂਦਾ, ਸ਼ੰਕੇ ਕਰਦਾ। ਕਹਿੰਦੇ ਦੋਨੇ ਭਰਾ ਜਪ ਤਪ ਵਰਤ ਨੇਮ ਦਿਨ ਰਾਤ ਕਰਦੇ ਨੇ। ਅਨਕ ਜਨਮ ਕੀ ਇੱਛਾ ਜਾਸੂ, ਵਿਸ਼ਨ ਹੋਈ ਸੁਤ ਗਿਆਨ ਨਿਵਾਸੂ। ਪਰ ਕਲਿਆਣ ਚੰਦ ਜੀ ਦੇ ਮਨ ਦੀ ਇੱਕ ਇੱਛਾ ਸੀ, ਰੱਬਾ ਪੁੱਤਰ ਦਈ ਤੇ ਆਪਣੇ ਵਰਗਾ ਦਈ ਤੇ ਨਹੀਂ ਤੇ ਨਾ ਦਈ। ਆਖੋ ਸਤਿਨਾਮ। ਕਹਿੰਦੇ ਅਨੇਕਾਂ ਜਨਮਾਂ ਦਾ ਤਪ ਸੀ ਕਲਿਆਣ ਚੰਦ ਜੀ ਦਾ, ਤੇ ਵਿਆਹ ਵੀ ਜਦੋਂ ਹੋਇਆ ਨਾ ਇੱਕੋ ਹੀ ਆਸ ਸੀ ਉਹਨਾਂ ਦੀ ਪਰਮਾਤਮਾ ਅੱਗੇ, ਇੱਕੋ ਹੀ ਬੇਨਤੀ। ਸਮਾਂ ਸਮਾਪਤ ਹੋ ਗਿਆ ਜੀ। ਜੋ ਕੁਝ ਵੀ ਹੋਏਗਾ ਮਹਾਰਾਜ ਦੀ ਕਿਰਪਾ ਨਾਲ ਕੱਲ ਦੇ ਦੀਵਾਨਾਂ ਵਿੱਚ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿਗੁਰੂ।